द्वैषज इसी प्रकार। वाहेगुरु जी का खालसा वाहेगुरु जी की फतेह। तेग बहादुर सिमरिया घर नाउ निध आवे धाए, सब थाई होए सहाय। ऐसे दीन दयाल पातशाह धन धन श्री गुरु तेग बहादुर साहिब जी सतगुरां जी दे पावन पवित्र अस्थान गुरुद्वारा श्री दुख निवारण साहिब विखे चवर शतर तखत दे मालक वालिए कुल आलम हस्ती है मुकद्दस आवाज शब्द धन धन श्री गुरु ग्रंथ साहिब पातशाह जी की पावन पवित्र बारगाह विच पिछले पैर दे सजे हुए सुंदर सचखंड दीवाना दे विच हाजरीन गुरु की सवारी गुरु की प्यारी गुरु खालसा सात संगत जियो। तंता दे योग हो जो आप जी निता प्रत गुरु चरणा में जुड़ करके मनुखा जीवन का जो प्रयोजन है आयो सुनन पढ़न को बाणी गुरु चरणा में जुड़ के अमृतमय बाणी दे शब्द कीर्तन चल रही लड़ीवार गुर इतिहास दी विचार नूं सरवण करके सवासां नूं सफलियां बनाउण दा यतन करदे हो। बड़े प्रेम सहित आप जियां ने गुरु के कीर्तनिया पासों रबी बाणी दे शब्द कीर्तन सरवण कीते हन। उपरंत समा बनया है चल रही लड़ीवार गुर इतिहास दी विचार दा। कल दे प्रकरण अंदर आप जियां ने सरवण कीता सी सुलेह खां दी मौत दी खबर पहुंची श्री अमृतसर साहिब। सिख सभा विच बड़ी खुशी दी लहर है। धन गुरु अर्जन देव पातशाह जी ने उस अकाल पुरख वाहिगुरु परमेश्वर का शुकराना किया। इधरों बुलाया सी गुरु अर्जन देव पातशाह जी नूं कैद कराउण वास्ते खत्म कराउण वास्ते। हुण जदों सुलेह खां आवे दी अग विच सड़ के मर गया पिरथी चंद बहुत झूरदा बड़ा दुखी है। विचारदा कि मैं तां सुलेह खां नूं बुलाया सी कि गुरु अर्जन देव जी नूं पकड़ लवेगा उन्हां नूं खत्म करके मैनूं गुरता गद्दी दवा देवेगा, पर मेरा मनोरथ पूरा नहीं होया। उन्होंने काल ने आके काबू कर लिया। उन विचारदा कि चंदू का वैर वधिया, हुण चंदू दुश्मन समझदा गुरु अर्जन देव पातशाह जी नूं पुत्री का नाता मोड़न करके, पर चंदू दे नाल मिलाप किवें होवे ये विचारा विचार रहा। उधर चंदू बड़ा दुखी है
ਕਿ ਉਹਦੇ ਪੁੱਤਰੇ ਦਾ ਜਿਹੜਾ ਰਿਸ਼ਤਾ ਉਹ ਪ੍ਰਵਾਨ ਨਹੀਂ ਹੋਇਆ। ਘਰ ਦੇ ਵਿੱਚ ਕੁਆਰੀ ਧੀ ਬੈਠੀ ਆ, ਉਹਨੂੰ ਵੇਖ ਕੇ ਬੜਾ ਝੂਰਦਾ, ਬੜਾ ਦੁਖੀ ਹੁੰਦਾ। ਖਬਰ ਦਿੱਤੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰ ਸ੍ਰੀ ਹਰਗੋਬਿੰਦ ਜੀ ਦਾ ਵਿਆਹ ਕਰ ਲਿਆ, ਬਹੁਤ ਧਨ ਖਰਚਿਆ। ਸੁਣ ਕਰਕੇ ਹੋਰ ਬਹੁਤ ਦੁਖੀ ਹੋਇਆ। ਮਨ ਵਿੱਚ ਵਿਚਾਰਿਆ ਕਿ ਪ੍ਰਿਥੀ ਚੰਦ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੱਡਾ ਭਰਾ ਹੈ, ਉਹਨੂੰ ਬਾਦਸ਼ਾਹ ਨੇ ਇੱਕ ਪਿੰਡ ਦਿੱਤਾ ਸੀ, ਇੱਕ ਨਗਰ ਦਿੱਤਾ ਸੀ, ਉਹਦਾ ਪਤਾ ਮੈਂ ਆਪ ਖੁਦ ਲਿਖਿਆ। ਹੁਣ ਉਹਨੂੰ ਪੱਤਰਕਾ ਲਿਖਦਾ ਕਿ ਨਹੀਂ ਤਾਂ ਮੈਂ ਤੇਰੇ ਕੋਲੋਂ ਇਹ ਪਿੰਡ ਵਾਪਸ ਲੈ ਲਵਾਂਗਾ, ਤੇਰਾ ਕਾਰਜ ਵਿਗਾੜ ਦੇਵਾਂਗਾ, ਇਹ ਤਾਂ ਆਪਣੇ ਛੋਟੇ ਭਰਾ ਨੂੰ ਸਮਝਾ ਕੇ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲਵੇ। ਪੱਤਰਕਾ ਲੈ ਕੇ ਹਲਕਾਰੇ ਦੇ ਹੱਥ ਭੇਜੀ। ਹਲਕਾਰਾ ਲੈ ਕੇ ਕੋਠੇ ਨਗਰ ਪਹੁੰਚਿਆ। ਪੱਤਰਕਾ ਲਈ ਪ੍ਰਿਥੀ ਚੰਦ ਨੇ ਪੜ੍ਹੀ ਹੈ। ਪੜ੍ਹ ਕੇ ਮਨ ਅੰਦਰ ਡਰ ਵੀ ਪੈਦਾ ਹੋਇਆ। ਨਾਲ ਹੀ ਜਵਾਬੀ ਪੱਤਰਕਾ ਲਿਖਦਾ ਤੇ ਕਹਿਣ ਲੱਗਾ ਕਿ ਜਿਸ ਨੂੰ ਤੁਸੀਂ ਮੇਰਾ ਛੋਟਾ ਭਰਾ ਸਮਝਦੇ ਹੋ ਉਹ ਤਾਂ ਮੇਰਾ ਦੁਸ਼ਮਣ ਹੈ। ਮੈਨੂੰ ਨਗਰ ਚੋਂ ਕੱਢ ਦਿੱਤਾ, ਗੁਰਤਾ ਗੱਦੀ ਦਾ ਮਾਲਕ ਬਣ ਗਿਆ, ਮੈਂ ਆਪਣਾ ਦੁਸ਼ਮਣ ਸਮਝਦਾ ਹਾਂ। ਇਹ ਪੱਤਰਕਾ ਜਦੋਂ ਹਲਕਾਰਾ ਵਾਪਸ ਦਿੱਲੀ ਲੈ ਕੇ ਆਇਆ ਤੇ ਚੰਦੂ ਬੜਾ ਖੁਸ਼ ਹੋਇਆ। ਹੁਣ ਪ੍ਰਿਥੀ ਚੰਦ ਦੇ ਨਾਲ ਮਿੱਤਰਤਾ ਕਰਨ ਦੇ ਲਈ ਪੱਤਰਕਾ ਲਿਖ ਕੇ ਹਲਕਾਰਾ ਆਪਣਾ ਜਿਹੜਾ ਹੈ ਉਹ ਦਿੱਲੀ ਤੋਂ ਭੇਜ ਰਿਹਾ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਿਖੀ ਪਤਰਿਕਾ ਤਬ ਪਲੀ ਆਪਨ ਜਨਾਇਓ ਪਿਆਰ। ਜਦੋਂ ਜਵਾਬੀ ਪੱਤਰਕਾ ਲੈ ਕੇ ਹਲਕਾਰਾ ਦਿੱਲੀ ਪਹੁੰਚਿਆ, ਉਹ ਪੱਤਰਕਾ ਜਦੋਂ ਪੜ੍ਹੀ ਪ੍ਰਿਥੀ ਚੰਦ ਦੀ ਲਿਖੀ ਹੋਈ, ਚੰਦੂ ਨੇ ਉਸ ਹਲਕਾਰੇ ਨੇ ਵੀ ਦੱਸਣਾ ਕੀਤਾ ਕਿ ਉਹ ਤਾਂ ਆਪ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖਤਮ ਕਰਨਾ ਚਾਹੁੰਦਾ ਹੈ, ਆਪਣਾ ਦੁਸ਼ਮਣ ਜਾਣਦਾ ਹੈ। ਤੇ ਇਹ ਸੁਣ ਕਰਕੇ ਪੜ੍ਹ ਕਰਕੇ ਚੰਦੂ ਬੜਾ ਖੁਸ਼ ਹੋਇਆ। ਕਹਿਣ ਲੱਗਾ ਕਿ ਘਰ ਦਾ ਜਦੋਂ ਭੇਤੀ ਮਿਲ ਜਾਏ ਤੇ ਫਿਰ ਉੱਥੇ ਉਸ ਨੂੰ ਖਤਮ ਕਰਨ ਵਿੱਚ ਦੇਰੀ ਨਹੀਂ ਲੱਗਦੀ, ਉਹ ਕਾਰਜ ਜਿਹੜਾ ਸਵਰਨ ਵਿੱਚ ਦੇਰੀ ਨਹੀਂ ਲੱਗਦੀ ਜੇ ਘਰ ਦਾ ਭੇਤੀ ਭੇਤ ਦੇ ਦੇਵੇ। ਪ੍ਰਿਥੀ ਚੰਦ ਵੱਡਾ ਭਰਾ ਹੈ ਗੁਰੂ ਅਰਜਨ ਦੇਵ ਜੀ ਦਾ, ਤੇ ਜੇ ਉਹ ਮੇਰੇ ਨਾਲ ਮਿਲ ਜਾਏ, ਮਿਲ ਕੇ ਮੈਨੂੰ ਸਾਰਾ ਭੇਤ ਦੱਸਦਾ ਏ ਤੇ ਮੇਰਾ ਸਾਰਾ ਕਾਰਜ ਜਿਹੜਾ ਉਹ ਬਣ ਜਾਣਾ, ਸੌਖਿਆ ਬਣ ਜਾਣਾ, ਮੈਨੂੰ ਬਹੁਤਾ ਕੋਈ ਯਤਨ ਕਰਨ ਦੀ ਲੋੜ ਨਹੀਂ ਪੈਣੀ। ਹੁਣ ਇਹ ਵਿਚਾਰ ਕਰਕੇ ਇਹਨੇ ਇੱਕ ਪੱਤਰਕਾ ਲਿਖੀ। ਉਹ ਪੱਤਰਕਾ ਦੇ ਵਿੱਚ ਜਿਹੜਾ ਪ੍ਰਿਥੀ ਚੰਦ ਦੇ ਨਾਲ ਬਹੁਤ ਆਪਣਾ ਪਿਆਰ ਜਿਹੜਾ ਉਹ ਜਤਾਉਣਾ ਕੀਤਾ। ਆਵੋ ਮੋਏ ਸਮੀਪ ਅਬ ਦ્વੈਸ਼ ਜੇ ਇਸੀ ਪ੍ਰਕਾਰ। ਲਿਖਿਆ ਉਸ ਪੱਤਰਕਾ ਦੇ ਵਿੱਚ ਚੰਦੂ ਨੇ, ਕਹਿਣ ਲੱਗਾ ਕਿ ਜੇ ਤੁਸੀਂ ਗੁਰੂ ਅਰਜਨ ਦੇਵ ਨੂੰ ਆਪਣਾ ਦੁਸ਼ਮਣ ਜਾਣਦੇ ਹੋ, ਜੇ ਤੁਸੀਂ ਆਪਣਾ ਦੁਸ਼ਮਣ ਸਮਝਦੇ ਹੋ ਤੇ ਫਿਰ ਤੁਸੀਂ ਛੇਤੀ ਨਾਲ ਮੇਰੇ ਕੋਲ ਆਉਣਾ ਕਰੋ। ਚੌਪਈ ਰਚੋ ਜਤਨ ਮਿਲ ਸੰਗ ਤੁਮਾਰੀ। हे ਪ੍ਰਿਥੀ ਚੰਦ, ਜੇ ਤੂੰ ਵੀ ਚਾਹੁੰਦਾ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਨਾ, ਤੇਰਾ ਵੀ ਪ੍ਰਯੋਜਨ ਹੈ, ਮਨੋਰਥ ਪੂਰਾ ਕਰਨਾ ਚਾਹੁੰਦਾ, ਤਾਂ ਫਿਰ ਤੂੰ ਆ ਮੇਰੇ ਨਾਲ ਮਿਲ। ਤੇਰੇ ਨਾਲ ਮਿਲ ਕੇ ਜਿਹੜਾ ਹੈ ਮੈਂ ਸਾਰੀ ਵਿਉਂਤਬੰਦੀ ਕਰਾਂਗਾ। ਗੈਲੇ ਹੋਂ ਤਤ ਛਿਨ ਤਿਸ ਮਾਰੀ। ਤੇ ਤੇਰੇ ਨਾਲ ਮਿਲ ਕੇ ਯਤਨ ਕਰਕੇ ਮੈਂ ਉਹਨਾਂ ਨੂੰ ਪਕੜ ਕੇ ਕੈਦ ਵਿੱਚ ਪਾ ਲਵਾਂਗਾ, ਖਤਮ ਕਰ ਦੇਵਾਂਗਾ। ਮੈਂ ਜੀ ਸਹਾਇਕ ਹੋਇਓ ਤੇਰਾ। हे ਪ੍ਰਿਥੀ ਚੰਦ, ਜਿਹੜਾ ਕੰਮ ਤੋਂ ਬਹੁਤ ਲੰਬੇ ਸਮੇਂ ਤੋਂ ਕਰਨਾ ਚਾਹੁੰਦਾ ਪਰ ਉਹ ਕੰਮ ਤੇਰਾ ਹੋਇਆ ਨਹੀਂ, ਤੇ ਜਦੋਂ ਹੁਣ ਮੈਂ ਤੇਰਾ ਸਹਾਇਕ ਬਣਾਂਗਾ, ਮੈਂ ਤੇਰੀ ਮਦਦ ਕਰਾਂਗਾ। ਬਨੇ ਕਾਜ ਤਜ ਕਸ਼ਟ ਬਡੇਰਾ। ਤੇ ਵੱਡਾ ਜਿਹੜਾ ਕੋਈ ਕਸ਼ਟ ਕਰਨ ਦੀ ਲੋੜ ਨਹੀਂ ਪੈਣੀ,
ਕੋਈ ਬਹੁਤਾ ਵੱਡਾ ਯਤਨ ਕਰਨ ਦੀ ਲੋੜ ਨਹੀਂ ਪੈਣੀ ਤੇ ਪ੍ਰਿਥੀ ਚੰਦ ਜਿਹੜਾ ਤੇਰਾ ਵੱਡਾ ਦੁੱਖ ਹੈ ਉਹ ਵੀ ਕੱਟ ਜਾਏਗਾ, ਦੂਰ ਹੋ ਜਾਏਗਾ। ਇਤਿਆਦਿਕ ਲਿਖ ਚਾਰ ਪਠਾਵਾ। ਇਸ ਪ੍ਰਕਾਰ ਦੇ ਨਾਲ ਚੰਦੂ ਨੇ ਪੱਤਰਕਾ ਲਿਖ ਕੇ ਹਲਕਾਰੇ ਨੂੰ ਦਿੱਤੀ। ਹਲਕਾਰੇ ਦੇ ਹੱਥ ਦੇ ਕੇ ਉਹ ਪੱਤਰਕਾ ਭੇਜਣਾ ਕੀਤੀ। ਮਿਲੋ ਆਨ ਕੋ ਜਿਮ ਗਹਿ ਜਾਵਾ। ਤੇ ਆ ਕੇ ਹੁਣ ਪੱਤਰਕਾ ਦੇ ਵਿੱਚ ਜਿਹੜਾ ਲਿਖਿਆ ਸੀ ਕਿ ਤੂੰ ਮੈਨੂੰ ਆ ਕੇ ਛੇਤੀ ਮਿਲਣਾ ਕਰ। ਤੇ ਜਿਸ ਤਰ੍ਹਾਂ ਦੇ ਨਾਲ ਜਿਵੇਂ ਕਿਵੇਂ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਫੜਿਆ ਜਾਵੇ। ਪੰਥ ਉਲੰਘਤ ਕੋਠੇ ਆਇਓ। ਹੁਣ ਉਹ ਪੱਤਰਕਾ ਲੈ ਕੇ ਹਲਕਾਰੇ ਨੇ ਦਿੱਲੀ ਤੋਂ ਚਾਲਾ ਪਾਇਆ। ਪੈਂਡਾ ਤੈਅ ਕਰਦਿਆਂ ਚਲਦਿਆਂ ਕੋਠੇ ਨਗਰ ਦੇ ਵਿੱਚ ਆਣ ਪਹੁੰਚਿਆ ਹੈ। ਮਿਲ ਪ੍ਰਿਥੀਏ ਸੋ ਸਕਲ ਸੁਨਾਇਓ। ਤੇ ਪ੍ਰਿਥੀ ਚੰਦ ਨੂੰ ਆ ਕੇ ਹਲਕਾਰਾ ਮਿਲਿਆ ਤੇ ਆ ਕੇ ਜਿਹੜਾ ਸਾਰਾ ਬਿਰਤਾਂਤ ਉਹ ਪ੍ਰਿਥੀ ਚੰਦ ਨੂੰ ਦੱਸਣਾ ਕੀਤਾ। ਤੁਵ ਦਿਸ਼ ਤੇ ਮੈਂ ਬਹੁ ਸਮਝਾਇਓ। ਉਹਨੇ ਹਲਕਾਰਾ ਉਹੀ ਸੀ ਜਿਹੜਾ ਪਹਿਲਾਂ ਪੱਤਰਕਾ ਲੈ ਕੇ ਆਇਆ ਸੀ, ਜਿਹਨੂੰ ਕੁਝ ਧਨ ਦਿੱਤਾ, ਇਹਦਾ ਸਨਮਾਨ ਕਰਕੇ ਬੜਾ ਸਿਖਾ ਕਰਕੇ ਭੇਜਿਆ ਸੀ ਪ੍ਰਿਥੀ ਚੰਦ ਨੇ। ਉਹੀ ਹਲਕਾਰਾ ਫਿਰ ਪੱਤਰਕਾ ਲੈ ਕੇ ਆਇਆ। ਉਹ ਹਲਕਾਰਾ ਕਹਿਣ ਲੱਗਾ ਪ੍ਰਿਥੀ ਚੰਦ ਨੂੰ ਕਿ ਤੇਰੇ ਵੱਲੋਂ ਮੈਂ ਚੰਦੂ ਨੂੰ ਬਹੁਤ ਸਮਝਾਉਣਾ ਕੀਤਾ। ਜਿਵੇਂ ਪ੍ਰਿਥੀ ਚੰਦ ਤੂੰ ਕਿਹਾ ਸੀ ਉਹਦੇ ਨਾਲੋਂ ਵੱਧ ਕੇ ਵੀ ਜਿਹੜਾ ਹੋਰ ਕੁਝ ਆਪਣੇ ਕੋਲੋਂ ਗੱਲਾਂ ਲਾ ਕੇ ਮੈਂ ਚੰਦੂ ਨੂੰ ਸਮਝਾਉਣ ਦਾ ਯਤਨ ਕੀਤਾ। ਸੁਨ ਹਰਖਿਓ ਅਬ ਨਿਕਟ ਬੁਲਾਇਓ। ਤੇ ਸੁਣ ਕੇ ਚੰਦੂ ਬੜਾ ਖੁਸ਼ ਹੋਇਆ। ਜਦੋਂ ਮੈਂ ਚੰਦੂ ਨੂੰ ਦੱਸਿਆ ਸਾਰਾ ਕੁਝ ਤੇ ਸੁਣ ਕਰਕੇ ਚੰਦੂ ਬੜਾ ਖੁਸ਼ ਹੋਇਆ ਤੇ ਖੁਸ਼ ਹੋ ਕੇ ਉਹਨੇ ਤੈਨੂੰ ਆਪਣੇ ਕੋਲ ਬੁਲਾਇਆ ਹੈ। ਮਿਲੋ ਦੋਹਨ ਕੋ ਸੁਧਰੇ ਕਾਜੂ। ਤੇ ਜਦੋਂ ਤੁਸੀਂ ਦੋਵੇਂ ਮਿਲ ਜਾਓਗੇ ਤੇ ਤੁਹਾਡੇ ਦੋਵਾਂ ਦੇ ਮਿਲਣ ਦੇ ਨਾਲ ਤੁਹਾਡੇ ਦੋਵਾਂ ਦਾ ਜਿਹੜਾ ਕਾਜ ਆ ਉਹ ਸਵਰ ਜਾਏਗਾ। ਉਠੋ ਚਰਨ ਧਰ ਮਗ ਮੈਂ ਆਜੂ। ਤੇ ਉਹ ਹਲਕਾਰਾ ਕਹਿਣ ਲੱਗਾ ਪ੍ਰਿਥੀ ਚੰਦ ਛੇਤੀ ਕਰ, ਚੱਲਣ ਵਿੱਚ ਦੇਰੀ ਨਾ ਲਾ। ਇਹ ਨਾ ਸੋਚੀ ਕਿ ਕੱਲ ਨੂੰ ਚੱਲਾਂਗੇ, ਅੱਜ ਹੀ ਹੁਣੇ ਹੀ ਮੇਰੇ ਨਾਲ ਤੂੰ ਉਸ ਰਸਤੇ ਤੇ ਚੱਲਣਾ ਕਰ, ਦਿੱਲੀ ਵਾਲਾ ਰਸਤਾ ਪਕੜਨਾ ਕਰ। ਨੈ ਬੂਝੋ ਪਾਂਦਾ ਚੱਲ ਪਰੀਏ। ਤੂੰ ਪਾਂਦਾ ਨਾ ਪੁੱਛ, ਭਾਵ ਦੇਰੀ ਨਾ ਕਰ, ਛੇਤੀ ਚੱਲਣ ਦੀ ਤਿਆਰੀ ਕਰ। ਆਪਨ ਮਨੋਰਥ ਪੂਰਨ ਕਰੀਏ। ਜਿਹੜਾ ਤੇਰਾ ਮਨੋਰਥ ਹੈ ਬਹੁਤ ਲੰਬੇ ਸਮੇਂ ਤੋਂ ਪੂਰਾ ਕਰਨਾ ਚਾਹੁੰਦਾ, ਹੁਣ ਉਹ ਸਮਾਂ ਆਣ ਬਣਿਆ ਤੇ ਛੇਤੀ ਨਾਲ ਚੱਲ ਕੇ ਤੂੰ ਆਪਣਾ ਮਨੋਰਥ ਪੂਰਾ ਕਰ ਲੈ। ਸੁਨ ਪ੍ਰਿਥੀਏ ਨੇ ਬਿਲਮ ਲਗਾਈ। ਤੇ ਹੁਣ ਪ੍ਰਿਥੀ ਚੰਦ ਨੇ ਜਦੋਂ ਸੁਣਿਆ, ਪ੍ਰਿਥੀ ਚੰਦ ਤੇ ਪਹਿਲਾਂ ਹੀ ਉਡੀਕ ਵਿੱਚ ਸੀ ਕਿ ਕਿਹੜਾ ਸਮਾਂ ਹੋਵੇ ਮੈਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖਤਮ ਕਰਵਾ ਦਿਆਂ ਤੇ ਗੁਰਤਾ ਗੱਦੀ ਮੈਨੂੰ ਮਿਲ ਜਾਏ, ਸਭ ਕੁਝ ਦਾ ਮਾਲਕ ਬਣ ਜਾਵਾਂ। ਉਹ ਤਾਂ ਪਹਿਲਾਂ ਹੀ ਬੜਾ ਯਤਨ ਵਿੱਚ ਸੀ। ਹੁਣ ਸੁਣਿਆ ਤੇ ਪ੍ਰਿਥੀ ਚੰਦ ਨੇ ਚੱਲਣ ਵਿੱਚ ਦੇਰੀ ਨਹੀਂ ਕੀਤੀ, ਬੜੀ ਛੇਤੀ ਨਾਲ ਤਿਆਰੀ ਕੀਤੀ ਹੈ। ਬੜਵਾ ਪਰ ਕਾਠੀ ਬੰਦਵਾਈ। ਘੋੜੀ ਦੇ ਉੱਤੇ ਕਾਠੀ ਪਵਾਈ, ਤਿਆਰੀ ਕੀਤੀ ਗਈ। ਮਿਹਰਵਾਨ ਸੋ ਕਰ ਕਰ ਪਿਆਰੂ। ਦਾ ਪੁੱਤਰ ਸੀ ਮਿਹਰਬਾਨ। ਹੁਣ ਮਿਹਰਬਾਨ ਨੂੰ ਇਹਨੇ ਬਾਰ-ਬਾਰ ਬਹੁਤ ਪਿਆਰ ਕੀਤਾ। ਛੋਰਿਓ ਕਰ ਚੌਕਸ ਪਰਵਾਰੂ। ਤੇ ਪਰਿਵਾਰ ਨੂੰ ਚੌਕਸ ਕੀਤਾ, ਕਹਿਣ ਲੱਗਾ ਮੈਂ ਦਿੱਲੀ ਜਾਣਾ, ਚੰਦੂ ਨਾਲ ਜਾ ਕੇ ਬਾਦਸ਼ਾਹ ਦਾ ਦੀਵਾਨ ਆ ਉਹਨੂੰ ਮਿਲਣਾ, ਕੁਝ ਦਿਨ ਮੈਨੂੰ ਲੱਗ ਸਕਦੇ ਨੇ, ਪਿੱਛੋਂ ਘਰ ਪਰਿਵਾਰ ਦਾ ਧਿਆਨ ਰੱਖਣਾ, ਹਰ ਪ੍ਰਕਾਰ ਦੇ ਨਾਲ ਚੌਕਸੀ ਕੀਤੀ ਹੈ। ਅਬ ਕੇ ਜਾਏ ਲਿਓ ਹੋ ਗਾਦੀ। ਹੁਣ ਕਹਿਣ ਲੱਗਾ ਮੈਂ ਹੁਣੇ ਜਾ ਕੇ ਦਿੱਲੀ ਪਹੁੰਚ ਕੇ ਚੰਦੂ ਦੀਵਾਨ ਨੂੰ ਮਿਲਣਾ ਤੇ ਜਾ ਕੇ ਮੈਂ ਛੇਤੀ ਗੁਰਤਾ ਗੱਦੀ ਪ੍ਰਾਪਤ ਕਰ ਲੈਣੀ ਹੈ। ਹੁਣ ਮੈਨੂੰ ਗੁਰਤਾ ਗੱਦੀ ਲੈਣ ਵਿੱਚ ਦੇਰੀ ਨਹੀਂ ਲੱਗਣੀ। ਸ਼ਾਹ ਦੀਵਾਨ ਪਇਓ ਬੋਬਾਦੀ। ਜਿਹੜਾ ਬਾਦਸ਼ਾਹ ਦਾ ਦੀਵਾਨ ਹੈ ਚੰਦੂ, ਉਹਦਾ ਬਹੁਤ ਵੱਡਾ ਵੈਰ ਹੈ, ਉਹ ਵੈਰੀ ਜਾਣਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਉਹਦਾ ਬਹੁਤ ਵੈਰ ਵਧਿਆ ਹੈ। ਕਹਿ ਇਤਿਆਦਿਕ ਕਰਮੋ ਸੰਗ। ਇਹਦੇ ਘਰ ਵਾਲੇ ਕਰਮੋ ਸੀ, ਕਰਮੋ ਦੇ ਨਾਲ ਇਸ ਪ੍ਰਕਾਰ ਦੇ ਨਾਲ ਇਹਨੇ ਚੱਲਣ ਤੋਂ ਪਹਿਲਾਂ ਇਹ ਗੱਲਾਂ ਕੀਤੀਆਂ ਹਨ। ਧੀਰਜ ਦੇ ਕਰ ਚਲਿਓ ਉਮੰਗ। ਤੇ ਬੜਾ ਧੀਰਜ ਦੇ ਕੇ ਆਪਣੇ ਘਰ ਵਾਲੇ ਨੂੰ, ਪੁੱਤਰ ਨੂੰ ਧੀਰਜ ਦੇ ਕਰਕੇ ਬੜੀ ਖੁਸ਼ੀ ਦੇ ਨਾਲ ਘਰ ਤੋਂ ਇਹਨੇ ਦਿੱਲੀ ਵੱਲ ਨੂੰ ਚਾਲਾ ਪਾਇਆ ਹੈ। ਚਲੇ ਦੂਰ ਮਗ ਬਾਸੁਰ ਸਾਰੇ। ਤੇ ਹੁਣ ਦੂਰ ਦਾ ਰਸਤਾ ਸੀ, ਚਲਦਿਆਂ ਪਿੰਡਾਂ ਤੈਅ ਕਰਦੇ ਜਾ ਰਹੇ ਹਨ। ਨਿਸਮੈ ਬਸੇ ਕੋ ਕਰਮ ਚਿਤਾਰੇ। ਤੇ ਜਿੱਥੇ ਕਿਤੇ ਰਾਤ ਪੈਂਦੀ
ਉੱਥੇ ਡੇਰਾ ਕਰ ਲੈਂਦੇ ਰੁਕਣ ਵਾਸਤੇ। ਤੇ ਡੇਰਾ ਕਰਕੇ ਜਦੋਂ ਰਾਤ ਨੂੰ ਲੇਟਦਾ ਸੌਣ ਵਾਸਤੇ, ਤੇ ਜਿਹੜਾ ਕੁਕਰਮ ਮਾੜਾ ਕਰਮ ਪਾਪ ਕਰਨ ਵਾਸਤੇ ਚੱਲਿਆ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖਤਮ ਕਰਵਾਉਣਾ ਚਾਹੁੰਦਾ ਸੀ, ਹੁਣ ਉਹ ਪਾਪ ਦੇ ਬਾਰੇ ਰਾਤ ਨੂੰ ਲੇਟਿਆ ਵੀ ਸੋਚਦਾ ਰਹਿੰਦਾ ਹੈ। ਥੋਰਨ ਦਿਨ ਮੈਂ ਦਿੱਲੀ ਗਇਓ। ਕੁਝ ਕੁ ਦਿਨਾਂ ਦੇ ਵਿੱਚ ਪੈਂਡਾ ਤੈਅ ਕਰਕੇ ਪ੍ਰਿਥੀ ਚੰਦ ਦਿੱਲੀ ਜਾ ਪਹੁੰਚਿਆ। ਪ੍ਰਵਿਸ਼ਿਓ ਕਿਤ ਨਵੀਸ਼ ਕਰ ਦਇਓ। ਦਿੱਲੀ ਦੇ ਵਿੱਚ ਪ੍ਰਵੇਸ਼ ਕਰਕੇ ਇੱਕ ਸਥਾਨ ਨੂੰ ਵੇਖ ਕਰਕੇ ਆਪਣਾ ਡੇਰਾ ਲਾਇਆ। ਪਠਿਓ ਦਾਸ ਤਬ ਚੰਦੂ ਪਾਸ। ਇਹਨੇ ਇੱਕ ਆਪਣਾ ਜਿਹੜਾ ਨੌਕਰ ਸੀ, ਸੇਵਕ ਸੀ ਇਹਦਾ ਪ੍ਰਿਥੀ ਚੰਦ ਦਾ, ਉਹ ਚੰਦੂ ਦੀਵਾਨ ਦੇ ਕੋਲ ਭੇਜਣਾ ਕੀਤਾ। ਆਇਓ ਮੈਂ ਉਰ ਧਰੇ ਹੁਲਾਸ। ਤੇ ਇਹ ਦੱਸਣ ਵਾਸਤੇ ਕਿ ਪ੍ਰਿਥੀ ਚੰਦ ਦਿੱਲੀ ਆਣ ਪਹੁੰਚਿਆ। ਬੜਾ ਹੁਲਾਸ, ਬੜਾ ਉਤਸ਼ਾਹ ਵਧਾ ਕੇ ਹਿਰਦੇ ਵਿੱਚ ਇਹਨੇ ਆਪਣੇ ਸੇਵਕ ਨੂੰ ਖਬਰ ਦੇਣ ਵਾਸਤੇ ਭੇਜਿਆ ਹੈ। ਸੁਨ ਸੁਧ ਕੋ ਨਿਜ ਨਿਕਟ ਬੁਲਾਇਓ। ਇਧਰ ਚੰਦੂ ਦੀਵਾਨ ਵੀ ਉਡੀਕ ਰਿਹਾ ਸੀ। ਉਹ ਵੀ ਚਾਹੁੰਦਾ ਸੀ ਕਿ ਪ੍ਰਿਥੀ ਚੰਦ ਛੇਤੀ ਮਿਲੇ ਤੇ ਮੈਂ ਵਿਉਂਤਬੰਦੀ ਕਰਾਂ। ਹੁਣ ਜਦੋਂ ਸੁਣਿਆ ਤੇ ਸੁਣ ਕੇ ਚੰਦੂ ਜਿਹੜਾ ਉਹਨੇ ਆਪਣੇ ਕੋਲ ਬੁਲਾਉਣਾ ਕੀਤਾ ਪ੍ਰਿਥੀ ਚੰਦ ਨੂੰ। ਜਾਏ ਦਾਸ ਨੇ ਤਬੇ ਸੁਨਾਇਓ। ਹੁਣ ਉਹ ਜਿਹੜਾ ਸੇਵਕ ਸੀ ਉਹਨੇ ਜਾ ਕੇ ਉਸੇ ਵਕਤ ਪ੍ਰਿਥੀ ਚੰਦ ਨੂੰ ਦੱਸਣਾ ਕੀਤਾ। ਗਮਨਿਓ ਤੁਰਤ ਕਾਜ ਬਨ ਆਇਓ। ਕਹਿਣ ਲੱਗਾ ਕਿ ਚੰਦੂ ਦੀਵਾਨ ਨੇ ਪ੍ਰਿਥੀ ਚੰਦ ਜੀ ਤੁਹਾਨੂੰ ਆਪਣੇ ਕੋਲ ਬੁਲਾਇਆ, ਛੇਤੀ ਕਰੋ, ਹੁਣ ਤੁਹਾਡਾ ਕਾਜ ਬਸ ਬਣਿਆ ਸਮਝੋ, ਹੁਣ ਛੇਤੀ ਕਾਰਜ ਸਵਰ ਜਾਣਾ ਹੈ, ਤੇ ਇਸ ਕਰਕੇ ਕਾਰਜ ਨੂੰ ਸਵਾਰਨ ਦੇ ਲਈ ਛੇਤੀ ਚੱਲਣਾ ਕਰੋ। ਸੁਨ ਪ੍ਰਿਥਿਆ ਮਨ ਮੈਂ ਹਰ ਖਾਇਓ। ਤੇ ਜਦੋਂ ਪ੍ਰਿਥੀ ਚੰਦ ਨੇ ਸੁਣਿਆ ਕਿ ਚੰਦੂ ਦੀਵਾਨ ਨੇ ਖਬਰ ਮਿਲਦੇ ਮੈਨੂੰ ਆਪਣੇ ਕੋਲ ਬੁਲਾ ਲਿਆ, ਤੇ ਇਹ ਸੁਣ ਕਰਕੇ ਬੜਾ ਪ੍ਰਸੰਨ ਹੋਇਆ। ਸੂਖਮ ਬੋ ਪਾਲਨ ਕੋ ਜਾਮਾ। ਬਹੁਤ ਪੱਲਿਆਂ ਵਾਲਾ ਜਿਹੜਾ ਬਰੀਕ ਜਾਮਾ, ਪਹਿਰ ਪਾਗ ਬਾਂਧੀ ਅਬਿਰਾਮਾ। ਬਹੁਤੇ ਪੱਲਿਆਂ ਵਾਲਾ ਬਰੀਕ ਜਾਮਾ ਪ੍ਰਿਥੀ ਚੰਦ ਨੇ ਆਪਣੇ ਤਨ ਤੇ ਪਹਿਨਿਆ, ਤੇ ਆਪਣੇ ਸਿਰ ਦੇ ਉੱਤੇ ਜਿਹੜੇ ਦਸਤਾਰ ਹੈ ਪੱਗ ਉਹ ਬੰਨਣਾ ਕੀਤੀ। ਪੁਨ ਚੰਦੂ ਕੇ ਦੇ ਬੇਹੇਤ। ਤੇ ਫਿਰ ਚੰਦੂ ਦੇ ਲਈ ਉਹਦਾ ਸਤਿਕਾਰ ਕਰਨ ਵਾਸਤੇ ਜਿਮ ਸਿਰ ਪਾਓ ਗੁਰੂ ਸਿੱਖ ਦੇਤ। ਜਿਵੇਂ ਗੁਰੂ ਘਰ ਦੇ ਵਿੱਚੋਂ ਗੁਰੂ ਕੇ ਸਿੱਖ ਨੂੰ ਸਿਰੇ ਪਾਓ ਦੀ ਬਖਸ਼ਿਸ਼ ਕੀਤੀ ਜਾਂਦੀ ਹੈ, ਗੁਰੂ ਘਰ ਵੱਲੋਂ ਸਿਰੇ ਪਾਓ ਬਖਸ਼ਿਆ ਜਾਂਦਾ ਹੈ, ਉਸੇ ਤਰ੍ਹਾਂ ਆਪਣੇ ਆਪ ਨੂੰ ਗੁਰੂ ਸਮਾਨ ਜਾਣਦਿਆਂ ਹੋਇਆ ਹੁਣ ਚੰਦੂ ਨੂੰ ਇਹ ਸਿਰੇ ਪਾਓ ਬਖਸ਼ਿਸ਼ ਕਰਨਾ ਚਾਹੁੰਦਾ, ਉਹਦਾ ਸਨਮਾਨ ਕਰਨਾ ਚਾਹੁੰਦਾ ਹੈ। ਅਧਿਕ ਮੂਲ ਕੀ ਪਾਗ ਮੰਗਾਈ। ਇਹਨੇ ਬਹੁ ਕੀਮਤੀ ਜਿਹੜੀ ਸੀ ਪੱਗ ਉਹ ਮੰਗਾਉਣਾ ਕੀਤੀ। ਪੱਗ ਦੇ ਉੱਤੇ ਕਾਫੀ ਇਹਨੇ ਧਨ ਖਰਚਿਆ। ਬਹੁ ਕੀਮਤੀ ਜਿਹੜੀ ਪੱਗ ਉਹਨੇ ਚੰਦੂ ਵਾਸਤੇ ਮੰਗਵਾਈ ਪ੍ਰਿਥੀ ਚੰਦ ਨੇ। ਜਰੀ ਛੋਰ ਦਵੈ ਬੋਤ ਲਗਾਈ। ਉਹਦੇ ਦੋਵੇਂ ਪਾਸਿਆਂ ਤੇ ਬਹੁਤ ਜਿਹੜੀ ਜਰੀ ਸੀ ਉਹ ਲੱਗੀ ਹੋਈ ਸੀ ਪੱਗ ਦੇ ਦੋਵਾਂ ਪਾਸਿਆਂ ਤੇ। ਤੈਸੇ ਲਿਓ ਦਕੂਲ ਅਛੇਰਾ। ਤੇ ਬੜਾ ਇਹਨੇ ਜਿਹੜਾ ਮਖਮਲ ਦਾ ਜਿਹੜਾ ਰੇਸ਼ਮੀ ਵਸਤਰ ਵੀ ਚੰਦੂ ਵਾਸਤੇ ਲਿਆ। ਬੜਾ ਰੇਸ਼ਮੀ ਜਿਹੜਾ ਵਸਤਰ ਹੈ ਉਹ ਚੰਦੂ ਵਾਸਤੇ ਲੈਣਾ ਕੀਤਾ। ਤਿਸੇਤ ਖਰਚਿਓ ਮੋਲ ਬਡੇਰਾ। ਇਹ ਵਸਤਰ ਲੈਣ ਵਾਸਤੇ ਇਹਨੇ ਬਹੁਤ ਜਿਹੜਾ ਧਨ ਉਹਦੇ ਉੱਤੇ ਖਰਚ ਕੀਤਾ। ਦਾਸ ਪਾਸ ਤੇ ਸੋ ਉਚਵਾਏ। ਤੇ ਜਿਹੜਾ ਇਹਦਾ ਸੇਵਕ ਸੀ ਪ੍ਰਿਥੀ ਚੰਦ ਦਾ, ਇਹ ਸਾਰੀ ਤਿਆਰੀ ਕਰਕੇ ਪੱਗ ਮੰਗਵਾਈ, ਵਸਤਰ ਮੰਗਵਾਏ, ਸਾਰਾ ਆਦਿਕ ਸਮਾਨ ਇਕੱਤਰ ਕਰਕੇ ਆਪਣੇ ਸੇਵਕ ਨੂੰ ਚੁਕਵਾਇਆ ਹੈ। ਅਪਰ ਬਸਤਰ ਤੇ ਲੀਨ ਦੁਰਾਏ। ਇੱਕ ਹੋਰ ਕੱਪੜੇ ਦੇ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਢੱਕ ਲਿਆ। ਕੁਛ ਕੁ ਸੰਗ ਨਰ ਪਹੁੰਚੇ ਉਜਾਈ। ਕੁਝ ਕੁ ਜਿਹੜੇ ਮਨੁੱਖ ਸਨ ਪ੍ਰਿਥੀ ਚੰਦ ਦੇ, ਉਹ ਪ੍ਰਿਥੀ ਚੰਦ ਵੱਲੋਂ ਪਹਿਲਾਂ ਹੀ ਉੱਥੇ ਅੱਗੇ ਪਹੁੰਚ ਗਏ। ਆਵਤ ਸੁਧ ਅਗਰ ਪਠਾਈ। ਇਹਨਾਂ ਮਨੁੱਖਾਂ ਨੇ ਜਾ ਕੇ ਚੰਦੂ ਨੂੰ ਖਬਰ ਦਿੱਤੀ ਕਿ ਪ੍ਰਿਥੀ ਚੰਦ ਆ ਰਿਹਾ। ਉਹ ਚੱਲ ਪਿਆ ਤਿਆਰੀ ਕਰਕੇ। ਪ੍ਰਿਥੀ ਚੰਦ ਦੇ ਆਉਣ ਦੀ ਜਿਹੜੀ ਖਬਰ ਹੈ ਉਹ ਚੰਦੂ ਨੂੰ ਦੇਣਾ ਕੀਤੀ। ਖਰੋ ਪਇਓ ਚੰਦੂ ਜਬ ਹੀਰਾ। ਤੇ ਚੰਦੂ ਹੁਣ ਉਹ ਵੀ ਉਡੀਕ ਕਰ ਰਿਹਾ ਸੀ, ਉਡੀਕਵਾਨ ਸੀ ਕਿ ਪ੍ਰਿਥੀ ਚੰਦ ਕਦੋਂ ਪਹੁੰਚੇ, ਕਦੋਂ ਮਿਲਾਪ ਹੋਵੇ। ਤੇ ਜਦੋਂ ਖਬਰ ਸੁਣੀ ਹੈ
ਤੇ ਚੰਦੋ ਜਦੋਂ ਬਾਹਰ ਨਿਕਲਿਆ ਵੇਖਿਆ ਕਿ ਪ੍ਰਿਥੀ ਚੰਦ ਖੜਾ ਹੈ ਮਿਲੇ ਭੁਜਨ ਪਰ ਜੁਗ ਤਿਸ ਬੇਰਾ ਤੇ ਦੋਵੇਂ ਇੱਕ ਦੂਜੇ ਨੂੰ ਬਾਹਾਂ 'ਚ ਬਾਹਾਂ ਪਾ ਕੇ ਗਲਵਕੜੇ ਪਾ ਕੇ ਮਿਲੇ ਹਨ। ਪੁਨ ਬੈਠੇ ਇੱਕ ਆਸਨ ਦੋ ਫਿਰ ਦੋਵੇਂ ਜਣੇ ਇੱਕੋ ਆਸਣ ਤੇ ਬੈਠ ਗਏ ਦੇਖ ਪਰਸ ਪਰ ਹਰਖਤ ਸੋ ਤੇ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਬੜੇ ਪ੍ਰਸੰਨ ਹੁੰਦੇ, ਬੜੇ ਖੁਸ਼ ਹੁੰਦੇ ਕਿ ਜਿਸ ਤਰ੍ਹਾਂ ਚੰਦੂ ਵੀ ਚਾਹੁੰਦਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖਤਮ ਕਰਨਾ, ਹੁਣ ਪ੍ਰਿਥੀ ਚੰਦ ਤਾਂ ਬਹੁਤ ਲੰਬੇ ਸਮੇਂ ਤੋਂ ਵਿਉਂਤਾ ਬਣਾ ਰਿਹਾ ਸੀ। ਦੋਵੇਂ ਇਕੱਠੇ ਹੋ ਗਏ, ਦੋਵਾਂ ਦੀ ਸੋਚ ਇੱਕ ਮਿਲ ਹੋ ਗਈ, ਦੋਵੇਂ ਪਾਪ ਕਰਨਾ ਚਾਹੁੰਦੇ ਨੇ ਤੇ ਹੁਣ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਬੜੇ ਪ੍ਰਸੰਨ ਹੋ ਰਹੇ ਹਨ। ਪ੍ਰਥਮ ਪ੍ਰਿਥੀਏ ਪ੍ਰਿਥਕ ਕਰਨ ਕੀ ਤੇ ਹੁਣ ਸਭ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ ਪ੍ਰਿਥੀ ਚੰਦ ਨੇ। ਜਿਸ ਤਰ੍ਹਾਂ ਦੇ ਨਾਲ ਗੁਰਤਾ ਗੱਦੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਸਾਹਿਬ ਵੱਲੋਂ ਗੁਰਤਾ ਗੱਦੀ ਦਿੱਤੀ ਗਈ, ਉਹ ਪਹਿਲਾਂ ਸਾਰੀ ਗੱਲ ਜਿਹੜੀ ਹੈ ਪ੍ਰਿਥੀ ਚੰਦ ਨੇ ਸ਼ੁਰੂ ਕੀਤੀ। ਕਹੀ ਬਾਰਤਾ ਜਥਨ ਗੁਰਨ ਕੀ ਤੇ ਜਿਵੇਂ ਗੁਰੂ ਸਾਹਿਬ ਨੇ ਕੀਤਾ ਉਹ ਗੁਰਤਾ ਗੱਦੀ ਦੇਣ ਦਾ ਕਾਰਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ, ਗੁਰੂ ਸਾਹਿਬ ਵੱਲੋਂ ਕੀਤਾ ਗਿਆ ਉਹ ਕਾਰਜ ਜਿਹੜਾ ਸਾਰਾ ਪ੍ਰਿਥੀ ਚੰਦ ਨੂੰ ਦੱਸਿਆ, ਚੰਦੂ ਨੂੰ ਦੱਸਿਆ ਪ੍ਰਿਥੀ ਚੰਦ ਨੇ। ਮੈਂ ਜੇ ਛਟ ਸੁਤ ਬੈਠੇ ਉਰੇਓ ਕਹਿਣ ਲੱਗਾ ਮੈਂ ਵੱਡਾ ਪੁੱਤਰ ਸੀ, ਮੈਂ ਖਾਲੀ ਬੈਠਾ ਰਿਹਾ, ਉਹਦਾ ਹੱਕ ਮੇਰਾ ਬਣਦਾ ਸੀ ਵੱਡੇ ਪੁੱਤਰ ਦਾ, ਉਹ ਛੋਟੇ ਨੇ ਪ੍ਰਾਪਤ ਕਰ ਲਈ, ਮੈਂ ਵੱਡਾ ਪੁੱਤਰ ਖਾਲੀ ਰਹਿ ਗਿਆ। ਬਲ ਛਲ ਤੇ ਗੁਰਤਾ ਪਦ ਲਿਓ ਅਰਜਨ ਦੇਵ ਜੀ ਨੇ ਵਲਸ਼ਲ ਕਰਕੇ, ਵਲਸ਼ਲ ਦੇ ਨਾਲ ਗੁਰਤਾ ਗੱਦੀ ਜਿਹੜੀ ਉਹ ਗੁਰੂ ਪਿਤਾ ਦੇ ਕੋਲੋਂ ਪ੍ਰਾਪਤ ਕਰ ਲਈ। ਹੋਤੇ ਨਾਨਕੇ ਗੋਇੰਦਵਾਲ ਸਾਡੇ ਜਿਹੜੇ ਨਾਨਕੇ ਹਨ ਉਹ ਗੋਇੰਦਵਾਲ ਸਾਹਿਬ ਵਿਖੇ ਨਿਵਾਸ ਰੱਖਦੇ ਨੇ। ਗੋਇੰਦਵਾਲ ਸਾਹਿਬ ਨਗਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵਸਾਇਆ ਸੀ, ਇਹ ਨਾਨਕਾ ਘਰ ਸੀ। ਕਹਿਣ ਲੱਗੇ ਸਾਡੇ ਨਾਨਕੇ ਗੋਇੰਦਵਾਲ ਸਾਹਿਬ ਵਿਖੇ ਰਹਿੰਦੇ ਹਨ। ਤਿਨ ਕੋ ਪੱਖੀ ਕੀਨ ਬਿਸਾਲ ਤੇ ਉਹਨਾਂ ਨੂੰ ਵੀ ਆਪਣਾ ਪੱਖੀ ਬਣਾ ਲਿਆ, ਨਾਨਕਿਆਂ ਨੂੰ ਵੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਦੇ ਨਾਲ, ਕਿਉਂਕਿ ਇਹ ਹੁਣ ਸਾਰਾ ਛਲ ਕਪਟ ਰਚ ਕੇ ਦੱਸ ਰਿਹਾ ਪ੍ਰਿਥੀ ਚੰਦ। ਭਾਵੇਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਧ ਸੇਵਾ ਕੀਤੀ, ਸਫਲ ਹੈ, ਸਤਿਗੁਰ ਕਾ ਮਨ ਮੰਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੇਵਾ ਤੋਂ ਬਚਨ ਮੰਨਣ ਤੋਂ ਪ੍ਰਸੰਨ ਹੋ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ ਕੀਤੀ ਸੀ। ਪਰ ਹੁਣ ਛਲ ਕਪਟ ਰਚ ਰਿਹਾ, ਕਹਿੰਦਾ ਛਲ ਕਪਟ ਕਰਕੇ ਉਹਨਾਂ ਨੇ ਸਾਰਾ ਕੁਝ ਪ੍ਰਾਪਤ ਕਰ ਲਿਆ। ਛਲ ਕਪਟ ਦੇ ਨਾਲ ਜਿਹੜੇ ਨਾਨਕੇ ਸਨ ਉਹਨਾਂ ਨੂੰ ਵੀ ਆਪਣਾ ਪੱਖੀ ਕਰ ਲਿਆ। ਇੱਕ ਪੱਲਾ ਤੈਂ ਤੇ ਗੁਰਦਾਸ ਇੱਕ ਭਾਈ ਗੁਰਦਾਸ ਹੈ ਜੋ ਭੱਲੇ ਗੋਤ ਦਾ ਹੈ, ਸੋ ਲੈ ਲੈ ਸੰਗਤ ਤਿਸ ਪਾਸ ਉਹ ਭਾਈ ਗੁਰਦਾਸ ਸੰਗਤਾਂ ਨੂੰ ਲੈ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਕੋਲ ਜਾਂਦਾ ਹੈ। ਕਰੇ ਮਿਲਾਵਨ ਧਨ ਅਰ ਪਾਵੇਂ ਤੇ ਉਹ ਸੰਗਤਾਂ ਜਿਹੜੀਆਂ ਹਨ ਉਹਨਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਮਿਲਾਉਂਦਾ ਹੈ ਤੇ ਬਹੁਤ ਸਾਰਾ ਜਿਹੜਾ ਧਨ ਉਹਨਾਂ ਕੋਲ ਭੇਟ ਕਰਵਾਉਂਦਾ ਹੈ। ਕਹਿ ਕਹਿ ਮਹਿਮਾ ਅਧਿਕ ਵਧਾਵੇਂ ਤੇ ਉਹ ਭਾਈ ਗੁਰਦਾਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜਿਹੜੀ ਮਹਿਮਾ ਹੈ ਉਹਨੂੰ ਕਹਿ ਕਹਿ ਕੇ ਵਧਾਉਂਦਾ ਹੈ। ਉਹ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਬਿਆਨ ਦਾ ਪ੍ਰਚਾਰਦਾ ਹੈ। ਦੇਸ਼ ਵਿਦੇਸ਼ਨ ਮੈਂ ਪ੍ਰਗਟਾਇਓ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਪ੍ਰਗਟ ਹੋਈ ਹੈ, ਭਾਈ ਗੁਰਦਾਸ ਨੇ ਪ੍ਰਚਾਰ ਕੀਤਾ ਹੈ। ਧਨੀ ਹੋਏ ਕਰ ਗਰਭ ਵਡਾਇਓ ਤੇ ਹੁਣ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਚੱਲ ਕੇ ਆਉਂਦੀ ਹੈ, ਦੂਰ ਦਰਾਜ ਦੇ ਇਲਾਕਿਆਂ ਦੀ, ਕੱਲੀ ਦੇਸ਼ ਦੀ ਨਹੀਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੀ ਸੰਗਤ ਵੀ ਆਉਂਦੀ ਹੈ। ਦੂਰ ਦਰਾਜ ਤੋਂ ਸੰਗਤਾਂ ਚੱਲ ਕੇ ਪਹੁੰਚਦੀਆਂ, ਬੇਅੰਤ ਧਨ ਚੜ੍ਹਦਾ ਤੇ ਬਹੁਤ ਧਨ ਪ੍ਰਾਪਤ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਹੰਕਾਰ ਹੋ ਗਿਆ, ਹੰਕਾਰੀ ਹੋ ਗਏ ਹਨ। ਤੋਮਤ ਮੋਏ ਤੂਫਾਨ ਕਿਲਾਏ ਕਹਿਣ ਲੱਗਾ ਮੇਰੇ ਤੇ ਉਹਨਾਂ ਨੇ ਤੂਫਾਨ ਵਰਗੇ ਤੋਮਤ ਲਾ ਕੇ ਮੈਨੂੰ ਨਗਰ ਵਿੱਚੋਂ ਕੱਢ ਦਿੱਤਾ। ਹਾਲਾਂਕਿ ਪਾਪ ਇਹਨੇ ਆਪ ਕੀਤਾ, ਖੋਟਾ ਕਰਮ ਆਪ ਕੀਤਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਾਬਤ ਕਹਿ ਰਿਹਾ, ਕਹਿਣ ਲੱਗਾ ਬਹੁਤ ਤੂਫਾਨ ਵਰਗੀ ਤੋਮਤ ਉਹਨਾਂ ਨੇ ਮੇਰੇ ਤੇ ਲਾਈ ਹੈ। ਪਿਤ ਬਸਤ ਹੁਤੇ ਨਿਕਸਾਏ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਸਾਈ ਹੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੇ ਤੇ ਤੋਮਤ ਲਾ ਕੇ ਉਹਨਾਂ ਨੇ ਗੁਰੂ ਪਿਤਾ ਦੀ ਨਗਰੀ ਦੇ ਵਿੱਚੋਂ ਵੀ ਬਾਹਰ ਕਢਵਾ ਦਿੱਤਾ। ਸੁਲਈ ਹੁਤੋ ਸਹਾਇਕ ਮੇਰਾ ਤੇ ਇੱਕ ਸੁਲੇਹ ਖਾਂ ਮੇਰਾ ਸਹਾਇਕ ਸੀ, ਮੇਰਾ ਮਿੱਤਰ ਸੀ। ਮੇਰੇ ਸਾਰੇ ਸੰਗ ਸਾਥ ਛੱਡ ਗਏ,
ਮੈਨੂੰ ਨਗਰ ਵਿੱਚੋਂ ਵੀ ਬਾਹਰ ਕੱਢ ਦਿੱਤਾ। ਇੱਕ ਸੁਲੇਖਾ ਮੇਰਾ ਮਦਦਗਾਰ, ਉਹ ਮੇਰਾ ਮਿੱਤਰ ਸੀ। ਮਰਿਓ ਅਚਾਨਕ ਦੁਖਦ ਬਡੇਰਾ। ਤੇ ਅਚਾਨਕ ਜਿਹੜਾ ਉਹਦੀ ਮੌਤ ਹੋ ਗਈ। ਉਹਨੂੰ ਮੈਂ ਬੁਲਾਇਆ ਸੀ, ਸੱਦਿਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਫੜਾਉਣ ਵਾਸਤੇ। ਉਹ ਜਦੋਂ ਮੇਰੇ ਸੱਦੇ ਦੇ ਅਨੁਸਾਰ ਮੇਰੇ ਕੋਲ ਗਿਆ, ਅਚਾਨਕ ਉਹਦੀ ਮੌਤ ਹੋ ਗਈ। ਆਵੇ ਦੀ ਅੱਗ ਵਿੱਚ ਸੜ ਕੇ ਮਰ ਗਿਆ। ਉਹਦੇ ਮਰਨ ਦੇ ਨਾਲ ਮੈਨੂੰ ਬਹੁਤ ਵੱਡਾ ਜਿਹੜਾ ਦੁੱਖ ਹੋਇਆ ਹੈ। ਅਬ ਅਲੰਬ ਮੈਂ ਗਇਓ ਤੁਹਾਰੂ। ਤੇ ਹੁਣ ਉਹਦੇ ਤੋਂ ਬਾਅਦ ਦੂਸਰਾ ਸਹਾਰਾ ਮੈਂ ਤੁਹਾਨੂੰ ਤੱਕਿਆ, ਤੁਹਾਡਾ ਆਸਰਾ ਮੈਂ ਜਾਣਿਆ। ਕਿਉਂਕਿ ਪਹਿਲਾਂ ਸੁਲੇਖਾ ਮੇਰੀ ਮਦਦ ਕਰਦਾ ਸੀ, ਮੇਰਾ ਸਹਾਇਕ ਬਣਦਾ ਸੀ। ਉਹਦੀ ਮੌਤ ਤੋਂ ਬਾਅਦ ਮੇਰਾ ਸਾਰਾ ਕੁਝ ਜਿਹੜਾ ਸਹਾਰਾ ਸੀ, ਆਸਰਾ, ਉਹ ਖਤਮ ਹੋ ਗਿਆ। ਹੋਰ ਮੈਨੂੰ ਕੋਈ ਨਜ਼ਰ ਨਹੀਂ ਸੀ ਆਉਂਦਾ। ਹੁਣ ਦੂਸਰਾ ਜਿਹੜਾ ਆਸਰਾ ਉਹ ਮੈਂ ਤੁਹਾਡਾ ਤੱਕਿਆ ਹੈ। ਬਾਹੇ ਗਏ ਕੀ ਲਾਜ ਵਿਚਾਰੂ। ਜਿਹਦੇ ਬਾਹ ਫੜ ਲਈਏ, ਬਾਹ ਫੜਨ ਵਾਲੇ ਦੀ ਫਿਰ ਇੱਜ਼ਤ ਵੀ ਰੱਖਣੀ ਚਾਹੀਦੀ ਹੈ। ਉਹਦੀ ਇੱਜ਼ਤ ਦੇ ਬਾਰੇ ਵੀ ਜ਼ਰੂਰ ਸੋਚਣਾ ਹੈ। ਸੁਤ ਜੁਤ ਹਤੋ ਕਿ ਕੈਦ ਕਰੀਜੈ। ਤੇ ਹੁਣ ਗੁਰੂ ਅਰਜਨ ਦੇਵ ਜੀ ਨੂੰ ਸੁਪੁੱਤਰ ਦੇ ਸਮੇਤ ਪਕੜ ਕੇ ਦੋਵਾਂ ਨੂੰ ਖਤਮ ਕਰ ਦੇਵੋ। ਨਾਤਾ ਫੇਰਨ ਕੋ ਫਲ ਦੀਜੈ। ਜਿਹੜਾ ਉਹਨਾਂ ਨੇ ਤੁਹਾਡਾ ਪੁੱਤਰੀ ਦਾ ਰਿਸ਼ਤਾ ਮੋੜਿਆ, ਉਹ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਰਿਸ਼ਤੇ ਤੋਂ ਜਵਾਬ ਦੇ ਦਿੱਤਾ, ਉਹ ਰਿਸ਼ਤਾ ਮੋੜਨ ਦਾ ਫਲ ਜਿਹੜਾ ਉਹਨਾਂ ਨੂੰ ਭੁਗਤਾਉਣਾ ਕਰੋ। ਗੁਰਤਾ ਗਾਦੀ ਮੈਂ ਅਧਿਕਾਰੀ। ਤੇ ਗੁਰਤਾ ਗੱਦੀ ਦਾ ਮੈਂ ਅਧਿਕਾਰੀ ਆ। ਮੈਂ ਗੁਰੂ ਰਾਮਦਾਸ ਜੀ ਦਾ ਵੱਡਾ ਸੁਪੁੱਤਰ ਹਾਂ, ਇਸ ਕਰਕੇ ਗੁਰਤਾ ਗੱਦੀ ਤੇ ਮੇਰਾ ਅਧਿਕਾਰ ਬਣਦਾ ਹੈ। ਮੋਹੇ ਦਿਵਾਵੋ ਕਰੁਣਾ ਤਾਰੀ। ਤੇ ਆਪ ਕਿਰਪਾ ਕਰਕੇ ਮੇਰੇ ਤੇ ਕਿਰਪਾ ਕਰੋ, ਉਹ ਗੁਰਤਾ ਗੱਦੀ ਮੈਨੂੰ ਦਿਵਾਉਣਾ ਕਰੋ। ਸੁਨ ਚੰਦੂ ਨੇ ਧੀਰਜ ਦੀਨ। ਤੇ ਹੁਣ ਪ੍ਰਿਥੀ ਚੰਦ ਨੇ ਜਦੋਂ ਸਾਰਾ ਕੁਝ ਇਹ ਹਾਲ ਦੱਸਿਆ ਤੇ ਸੁਣ ਕਰਕੇ ਚੰਦੂ ਨੇ ਪ੍ਰਿਥੀ ਚੰਦ ਨੂੰ ਜਿਹੜਾ ਉਹ ਧੀਰਜ ਦੇਣਾ ਕੀਤਾ। ਅਬ ਨਾ ਚਿੰਤ ਕਰ ਚੀਤ ਮਲੀਨ। ਕਹਿਣ ਲੱਗੇ ਪ੍ਰਿਥੀ ਚੰਦ, ਤੂੰ ਚਿੰਤਾ ਦੇ ਨਾਲ ਆਪਣਾ ਜਿਹੜਾ ਚਿੱਤ ਹੈ ਉਹਨੂੰ ਮੈਲਾ ਨਾ ਕਰ, ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਾ ਕਰ। ਮੇਰੋ ਸੰਗ ਬੈਰ ਨੇ ਬਾਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੇਵਲ ਮੇਰੇ ਨਾਲ ਵੈਰ ਹੀ ਨਹੀਂ ਵਧਾਇਆ। ਇਹ ਨਹੀਂ ਕਿ ਉਹਨਾਂ ਮੇਰੇ ਪੁੱਤਰੀ ਦਾ ਰਿਸ਼ਤਾ ਮੋੜ ਕੇ ਤੇ ਮੇਰੇ ਨਾਲ ਵੈਰ, ਇਕੱਲਾ ਕੇਵਲ ਵੈਰ ਹੀ ਨਹੀਂ ਵਧਾਇਆ। ਚਾਹਤ ਨਿਜ ਪ੍ਰਾਨਨ ਕੋ ਬਾਦਾ। ਉਹ ਆਪਣੇ ਪ੍ਰਾਣਾਂ ਦਾ ਨਾਸ਼ ਮੈਤੋਂ ਕਰਵਾਉਣਾ ਚਾਹੁੰਦਾ ਹੈ। ਕੇਵਲ ਉਹਨਾਂ ਮੇਰੇ ਪੁੱਤਰੀ ਦਾ ਰਿਸ਼ਤਾ ਹੀ ਨਹੀਂ ਮੋੜਿਆ, ਮੇਰੇ ਨਾਲ ਵੈਰ ਹੀ ਨਹੀਂ ਵਧਾਇਆ, ਉਹ ਆਪਣੇ ਪ੍ਰਾਣਾਂ ਦਾ ਨਾਸ਼ ਮੇਰੇ ਕੋਲੋਂ ਕਰਵਾਉਣਾ ਚਾਹੁੰਦਾ ਹੈ। ਸਕਲ ਬਿਨਾਸੋ ਤਿਸ ਹੰਕਾਰ। ਕਹਿਣ ਲੱਗਾ ਜਦੋਂ ਮੈਂ ਉਹਨਾਂ ਨੂੰ ਖਤਮ ਕਰਾਂਗਾ, ਪਕੜਾਂਗਾ, ਸਾਰਾ ਹੰਕਾਰ ਉਹਨਾਂ ਦਾ ਦੂਰ ਕਰ ਦੇਵਾਂਗਾ। ਕਾਰਾਗ੍ਰਹਿ ਮੈਂ ਪਰੇ ਦੁਖਾਰਾ। ਤੇ ਜਦੋਂ ਕਾਰਾਗ੍ਰਹਿ ਪਕੜ ਕਰਕੇ ਕੈਦ ਵਿੱਚ ਪਾ ਦਿਆਂਗਾ, ਕੈਦ ਵਿੱਚ ਪਿਆ ਫਿਰ ਦੁਖੀ ਹੋਵੇਗਾ, ਦੁੱਖ ਦੇਵਾਂਗਾ ਮੈਂ ਉਹਨਾਂ ਨੂੰ। ਦਿਓ ਸਜਾਏ ਨਾਤਾ ਮਨਵਾਉ। ਤੇ ਉਹਨਾਂ ਨੂੰ ਸਜ਼ਾਵਾਂ ਦੇ ਕੇ ਪਕੜ ਕੇ ਜਦੋਂ ਮੈਂ ਕੈਦ ਵਿੱਚ ਪਾਵਾਂਗਾ, ਕੈਦੀ ਬਣਾ ਕੇ ਫਿਰ ਮੈਂ ਉਹਨਾਂ ਨੂੰ ਦੁੱਖ ਦੇਵਾਂਗਾ। ਤੇ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਸਜ਼ਾ ਦੇ ਕੇ ਮੈਂ ਇਹ ਨਾਤਾ ਜਿਹੜਾ ਪੁੱਤਰੀ ਦਾ ਉਹ ਮਨਵਾਉਣਾ ਕਰਾਂਗਾ। ਤੋ ਚੰਦੂ ਮੈਂ ਨਾਮ ਕਹਾਉ। ਇਹ ਕੰਮ ਕਰਕੇ ਆਪਣੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰਵਾ ਕੇ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਉਹਨਾਂ ਨੂੰ ਸਜ਼ਾ ਦੇ ਕੇ ਕੈਦ ਵਿੱਚ ਪਾ ਕੇ ਜਦੋਂ ਮੇਰੇ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰ ਲੈਣਗੇ, ਫਿਰ ਹੀ ਮੈਂ ਆਪਣਾ ਨਾਮ ਚੰਦੂ ਕਰਕੇ ਕਹਾਵਾਂਗਾ। ਕਰੋ ਦੀਨ ਦੁਖ ਤੇ ਸਭ ਭਾਂਤੀ। ਇਸ ਪ੍ਰਕਾਰ ਦੇ ਨਾਲ ਮੈਂ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਦੀਨ ਕਰ ਦਿਆਂਗਾ। ਜਦੋਂ ਸਜ਼ਾਵਾਂ ਦਿਆਂਗਾ, ਦੁੱਖ ਦਿਆਂਗਾ, ਉਹਨਾਂ ਨੂੰ ਕਮਜ਼ੋਰ ਕਰ ਦੇਵਾਂਗਾ। ਤਿਸ ਬਾਸੁਰੋਏ ਸੀਤਲ ਛਾਤੀ। ਤੇ ਜਦੋਂ ਕਮਜ਼ੋਰ ਹੋ ਜਾਣਗੇ ਤੇ ਉਹ ਫਿਰ ਇਸ ਪ੍ਰਕਾਰ ਦੇ ਨਾਲ ਦੁਖੀ ਹੋਣਗੇ, ਉਹਨਾਂ ਨੂੰ ਦੁੱਖ ਦੇ ਕੇ ਕਮਜ਼ੋਰ ਕਰਾਂਗਾ। ਜਦੋਂ ਫਿਰ ਮੇਰੀ ਜਿਹੜੀ ਛਾਤੀ ਆ ਉਹ ਸੀਤਲ, ਸ਼ਾਂਤੀ ਵਰਤਣੀ ਆ, ਠੰਡੀ ਹੋਣੀ ਹੈ। ਜਾਤ ਬਿਕੇ ਪਤ ਮੋਰ ਬਿਗਾਰੀ। ਮੇਰੇ ਕੁਲ ਦੇ ਵਿੱਚ, ਮੇਰੀ ਬਰਾਦਰੀ ਦੇ ਵਿੱਚ ਉਹਨਾਂ ਨੇ ਮੇਰੀ ਇੱਜ਼ਤ ਜਿਹੜੀ ਆ ਉਹ ਖਰਾਬ ਕਰ ਦਿੱਤੀ ਹੈ। ਦੋਇਤਾ ਸਾਕ ਹਟਿਓ ਦੁਖ ਭਾਰੀ। ਮੇਰੇ ਪੁੱਤਰੀ ਦਾ ਜਿਹੜਾ ਰਿਸ਼ਤਾ ਵਾਪਸ ਮੁੜਿਆ, ਉਹਨਾਂ ਨਾਤਾ ਨਹੀਂ ਲਿਆ, ਇਨਕਾਰ ਕਰ ਦਿੱਤਾ, ਉਹਦੇ ਨਾਲ ਮੈਨੂੰ ਬਹੁਤ ਵੱਡਾ ਦੁੱਖ ਪਹੁੰਚਿਆ ਹੈ। ਜਾਵਤ ਲਵਪੁਰ ਕੋ ਨੈ ਜਾਵਤ। ਜਦੋਂ ਤੱਕ ਮੈਂ ਲਾਹੌਰ ਨਹੀਂ ਪਹੁੰਚਦਾ, ਚੰਦੂ ਕਹਿ ਰਿਹਾ ਹੁਣ ਪ੍ਰਿਥੀ ਚੰਦ ਨੂੰ
ਕਹਿੰਦਾ ਕਿ ਜਦੋਂ ਤੱਕ ਹੁਣ ਮੈਂ ਲਾਹੌਰ ਨਹੀਂ ਪਹੁੰਚ ਜਾਂਦਾ, ਤਾਵਤ ਸੁਖ ਮੈਂ ਸਾਚ ਬਤਾਵਤ। ਮੈਂ ਇਹ ਤੈਨੂੰ ਸੱਚੀ ਗੱਲ ਕਹਿ ਰਿਹਾ ਪ੍ਰਿਥੀ ਚੰਦ, ਗੁਰੂ ਅਰਜਨ ਦੇਵ ਓਨੀ ਦੇਰ ਤੱਕ ਹੀ ਆਪਣੇ ਘਰ ਵਿੱਚ ਸੁਖੀ ਹੈ ਜਿੰਨੀ ਦੇਰ ਤੱਕ ਮੈਂ ਲਾਹੌਰ ਨਹੀਂ ਪਹੁੰਚ ਜਾਂਦਾ। ਅਬੇ ਸ਼ਾਹ ਕੋ ਦਿਓ ਉਪਦੇਸ਼। ਤੇ ਹੁਣ ਮੈਂ ਬਾਦਸ਼ਾਹ ਨੂੰ ਮਿਲ ਕੇ ਜਹਾਂਗੀਰ ਨੂੰ ਉਪਦੇਸ਼ ਦੇਵਾਂਗਾ, ਉਹਨੂੰ ਕਹਾਂਗਾ, ਉਹਦੇ ਨਾਲ ਸਲਾਹ ਮਸ਼ਵਰਾ ਕਰਾਂਗਾ। ਹੋਏ ਪ੍ਰਵੇਸ਼ ਸੁਮਾਝੇ ਦੇਸ਼। ਬਾਦਸ਼ਾਹ ਨੂੰ ਮੈਂ ਪ੍ਰੇਰਾਂਗਾ ਕਿ ਚਲੋ ਬਾਦਸ਼ਾਹ ਮਾਝੇ ਦੇਸ਼ ਵਿੱਚ ਪ੍ਰਵੇਸ਼ ਕਰੀਏ, ਮਾਝੇ ਦੇਸ਼ ਵੱਲ ਚੱਲਣਾ ਕਰੀਏ। ਤਹਾਂ ਜਾਏ ਕਰ ਯਤਨ ਬਣਾਵੋ। ਤੇ ਜਦੋਂ ਬਾਦਸ਼ਾਹ ਫਿਰ ਮਾਝੇ ਦੇਸ਼ ਵੱਲ ਚੱਲ ਕੇ ਆਏਗਾ, ਅਸੀਂ ਲਾਹੌਰ ਪਹੁੰਚਾਂਗੇ, ਉੱਥੇ ਪਹੁੰਚ ਕੇ ਫਿਰ ਮੈਂ ਸਾਰਾ ਜਿਹੜਾ ਯਤਨ ਉਹ ਬਣਾਵਾਂਗਾ ਕੈਦ ਕਰਨ ਦਾ। ਕਰ ਫਰੇਬ ਕੋ ਨਿਕਟ ਬੁਲਾਵੋ। ਤੇ ਫਿਰ ਫਰੇਬ ਰਚ ਕੇ ਇਹ ਕਹਿ ਰਿਹਾ ਚੰਦੂ ਪ੍ਰਿਥੀ ਚੰਦ ਨੂੰ ਕਿ ਜਦੋਂ ਬਾਦਸ਼ਾਹ ਨੂੰ ਲੈ ਕੇ ਮੈਂ ਲਾਹੌਰ ਪਹੁੰਚਾਂਗਾ, ਲਾਹੌਰ ਪਹੁੰਚ ਕੇ ਫਿਰ ਮੈਂ ਫਰੇਬ ਰਚਾਂਗਾ, ਛਲ ਫਰੇਬ ਕਰਕੇ ਮੈਂ ਤੈਨੂੰ ਆਪਣੇ ਕੋਲ ਬੁਲਾਵਾਂਗਾ। ਇੱਕ ਬਾਰ ਨਿਜ ਘਰ ਮੈਂ ਬਾਰ। ਤੇ ਜਦੋਂ ਇੱਕ ਵਾਰੀ ਉਹਨਾਂ ਨੂੰ ਮੈਂ ਆਪਣੇ ਘਰ ਦੇ ਅੰਦਰ ਵਾੜ ਲਿਆ, ਗੁਰੂ ਅਰਜਨ ਦੇਵ ਜੀ ਨੂੰ ਜਦੋਂ ਇੱਕ ਵਾਰੀ ਲਾਹੌਰ ਬੁਲਾ ਕੇ ਮੈਂ ਆਪਣੇ ਘਰ ਦੇ ਅੰਦਰ ਵਾੜ ਲਿਆ, ਦੈ ਦੈ ਹੋ ਪੁਨ ਬਾਰ ਕੀ ਵਾਰ। ਤੇ ਮੈਂ ਘਰ ਦੇ ਜਿਹੜੇ ਬੂਹੇ ਨੇ, ਤਖਤੇ ਨੇ, ਫਿਰ ਉਹ ਬੰਦ ਕਰ ਲੈਣੇ ਨੇ। ਬਸ ਦੇਰੀ ਹੋਣੀ ਹੈ ਜਿੰਨੀ ਦੇਰ ਮੈਂ ਲਾਹੌਰ ਨਹੀਂ ਪਹੁੰਚਦਾ। ਲਾਹੌਰ ਪਹੁੰਚ ਕੇ ਜਦੋਂ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ, ਫਿਰ ਮੈਂ ਘਰ ਦੇ ਵਿੱਚ ਕੈਦ ਕਰ ਲੈਣਾ, ਬੂਹੇ ਜਿਹੜੇ ਤਖਤੇ ਉਹ ਬੰਦ ਕਰ ਦੇਣੇ ਹਨ। ਜਥਾ ਬਿਆਦ ਕੋ ਜਾਰ ਪਸਾਰ। ਜਿਵੇਂ ਕੋਈ ਸ਼ਿਕਾਰੀ ਜਾਲ ਫਲਾਉਂਦਾ ਨਾ, ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਜਾਂਦਾ ਤੇ ਜਾਲ ਫਲਾਉਂਦਾ, ਉਹ ਸ਼ਿਕਾਰੀ ਜਿਵੇਂ ਜਾਲ ਫਲਾਉਂਦਾ ਹੈ, ਕਰੇ ਫਸਾਵਨ ਬਿਹੰਗ ਉਦਾਰ। ਤੇ ਉਹ ਪੰਛੀ ਜਿਹੜੇ ਨੇ ਫਿਰ ਜਾਲ ਵਿੱਚ ਫਸ ਜਾਂਦੇ ਨੇ। ਪੰਛੀਆਂ ਨੂੰ ਫਸਾਉਣ ਵਾਸਤੇ ਪਕੜਨ ਦੇ ਲਈ ਜਿਵੇਂ ਸ਼ਿਕਾਰੀ ਜਾਲ ਵਿਛਾਉਂਦਾ ਹੈ, ਤਿਸ ਪਾਛੇ ਗੁਰਤਾ ਬਰਗਾਦੀ। ਤੇ ਇਸ ਤਰ੍ਹਾਂ ਹੀ ਮੈਂ ਆਪਣਾ ਜਾਲ ਵਿਛਾ ਕੇ ਉਹਨਾਂ ਨੂੰ ਪਕੜਾਂਗਾ, ਕੈਦ ਵਿੱਚ ਪਾ ਲਵਾਂਗਾ। ਤੇ ਜਦੋਂ ਕੈਦ ਵਿੱਚ ਪੈ ਜਾਣਗੇ, ਉਸ ਤੋਂ ਬਾਅਦ ਜਿਹੜੇ ਗੁਰਤਾ ਗੱਦੀ ਹੈ, ਪਹੁੰਚੇ ਤੋਏ ਕਰੋ ਨਿਤ ਸ਼ਾਦੀ। ਤੇ ਉਹ ਗੁਰਤਾ ਗੱਦੀ ਫਿਰ ਪ੍ਰਿਥੀ ਚੰਦ ਤੈਨੂੰ ਪ੍ਰਾਪਤ ਹੋ ਜਾਏਗੀ, ਮੈਂ ਤੈਨੂੰ ਦਵਾ ਦਿਆਂਗਾ। ਤੇ ਜਦੋਂ ਗੁਰਤਾ ਗੱਦੀ ਤੈਨੂੰ ਮਿਲ ਗਈ ਤੇ ਫਿਰ ਹਰ ਰੋਜ਼ ਆਪਣੇ ਘਰ ਦੇ ਵਿੱਚ ਖੁਸ਼ੀਆਂ ਮਨਾਉਣਾ ਕਰੇ। ਰਿਓ ਪ੍ਰਤੀਕਤ ਇਹ ਤੋ ਸਮੇਂ। ਤੂੰ ਬਹੁਤ ਸਮਾਂ ਜਿਹੜਾ ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਉਹ ਉਡੀਕ ਕਰਦਾ ਰਿਹਾ। ਹਟ ਕੋ ਤਿਆਗ ਮੋਏ ਦਿਸ ਨ ਮੈਂ ਵੀ ਇਸ ਗੱਲ ਦੇ ਵਿਚਾਰ ਕੀਤੇ, ਇਹ ਜਿੰਨਾ ਸਮਾਂ ਮੈਂ ਢਿੱਲ ਦੇ ਕੇ ਰੱਖੀ, ਗੁਰੂ ਅਰਜਨ ਦੇਵ ਜੀ ਨੂੰ ਪਕੜਨ ਵਾਸਤੇ ਕੋਈ ਯਤਨ ਨਹੀਂ ਕੀਤਾ। ਮੈਨੂੰ ਇਹ ਸੀ ਕਿ ਹੱਠ ਤਿਆਗ ਕੇ ਉਹ ਮੇਰੇ ਵੱਲ ਨਿਭ ਜਾਣਗੇ। ਸਾਰਾ ਸੰਸਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਿਭਦਾ ਹੈ, ਨਮਸਕਾਰ ਕਰਦਾ, ਝੁਕਦਾ ਹੈ। ਤੇ ਇਹ ਚੰਦੋ ਹੰਕਾਰੀ ਹੋਇਆ, ਕਹਿਣ ਲੱਗਾ ਮੈਂ ਤਾਂ ਸੋਚਦਾ ਸੀ ਹੱਠ ਤਿਆਗ ਕੇ ਗੁਰੂ ਅਰਜਨ ਦੇਵ ਜੀ ਮੇਰੇ ਵੱਲ ਨਿਭ ਜਾਣਗੇ, ਨਾਏ ਤਾਂ ਅਬ ਲਗ ਮੈਂ ਗਹਿਵਾਵਤ। ਨਹੀਂ ਤਾਂ ਹੁਣ ਤੱਕ ਤਾਂ ਮੈਂ ਉਹਨਾਂ ਨੂੰ ਪਕੜ ਲੈਣਾ ਸੀ। ਮੈਂ ਇੰਨੀ ਦੇਰੀ ਨਹੀਂ ਸੀ ਕਰਨੀ, ਮੈਂ ਤਾਂ ਕੁਝ ਉਡੀਕ ਕਰ ਰਿਹਾ ਸੀ, ਸ਼ਾਇਦ ਹੱਠ ਤਿਆਗ ਦੇਣ, ਮੇਰੇ ਅੱਗੇ ਝੁਕ ਜਾਣ, ਨਹੀਂ ਤਾਂ ਹੁਣ ਤੱਕ ਤਾਂ ਮੈਂ ਉਹਨਾਂ ਨੂੰ ਕੈਦ ਕਰ ਲੈਣਾ ਸੀ। ਜਿਮ ਚਾਹਤ ਤਿਸ ਤੇ ਮਨਵਾਵਤ। ਜਿਵੇਂ ਚਾਹੁੰਦਾ ਮੈਂ ਉਹਨਾਂ ਦੇ ਕੋਲੋਂ ਮਨਵਾ ਲੈਣਾ ਸੀ। ਬਾਦਸ਼ਾਹ ਦਾ ਦੀਵਾਨ ਆ, ਮੇਰਾ ਹੁਕਮ ਚੱਲਦਾ ਸਾਰੇ, ਤੇ ਉਹਨਾਂ ਨੂੰ ਕੈਦ ਵਿੱਚ ਪਾ ਕੇ ਹੁਣ ਤੱਕ ਮੈਂ ਜਿਵੇਂ ਚਾਹੁੰਦਾ ਉਹ ਕੁਝ ਮਨਵਾ ਲੈਣਾ ਸੀ। ਕਹਿ ਲੇ ਨਾਤਾ ਕਹਿ ਦੇ ਪ੍ਰਾਨ। ਤੇ ਜਾਂ ਤਾਂ ਫਿਰ ਉਹ ਨਾਤਾ ਪ੍ਰਵਾਨ ਕਰ ਲੈਂਦਾ ਮੇਰੇ ਪੁੱਤਰੀ ਦਾ, ਤੇ ਜਾਂ ਫਿਰ ਆਪਣੇ ਪ੍ਰਾਣ ਦੇਣੇ ਪੈਣੇ ਸਨ। ਮੈਂ ਤਾਂ ਸਿਰਫ ਉਡੀਕ ਕਰ ਰਿਹਾ ਸੀ ਕਿ ਸ਼ਾਇਦ ਉਹ ਨਿਭ ਜਾਣਗੇ, ਝੁਕ ਜਾਣਗੇ, ਨਹੀਂ ਤਾਂ ਮੈਂ ਹੁਣ ਤੱਕ ਕੈਦ 'ਚ ਪਾ ਲੈਣਾ ਸੀ। ਜਾਂ ਤਾਂ ਉਹਨਾਂ ਨੂੰ ਮੇਰੀ ਪੁੱਤਰੀ ਦਾ ਰਿਸ਼ਤਾ ਲੈਣਾ ਪੈਣਾ ਸੀ, ਤੇ ਜਾਂ ਫਿਰ ਉਹਨਾਂ ਨੂੰ ਆਪਣੇ ਪ੍ਰਾਣ ਦੇਣੇ ਪੈਣੇ ਸਨ। ਨਿਸ਼ਚੇ ਹੋਇਆ ਇਹੀ ਨਿਦਾਨ। ਹਾਂ, ਨਿਸ਼ਚੇ ਦੇ ਨਾਲ ਅੰਤ ਨੂੰ ਇਹੋ ਹੀ ਹੋਣਾ ਸੀ। ਸੁਨ ਸੁਨ ਪ੍ਰੀਤਿਆ ਅੰਗ ਨ ਮਾਵੇ। ਹੁਣ ਜਿਵੇਂ ਜਿਵੇਂ ਚੰਦੂ ਕਹਿ ਰਿਹਾ ਹੈ, ਪ੍ਰਿਥੀ ਚੰਦ ਸੁਣ ਰਿਹਾ, ਤੇ ਪ੍ਰਿਥੀ ਚੰਦ ਸੁਣ ਸੁਣ ਕੇ ਅੰਗਾਂ ਦੇ ਵਿੱਚ ਨਹੀਂ ਸਮਾਉਂਦਾ, ਬੜਾ ਖੁਸ਼ ਹੁੰਦਾ ਅੰਦਰੋਂ ਅੰਦਰ ਕਿ ਮੇਰਾ ਕੰਮ ਹੁਣ ਛੇਤੀ ਬਣ ਜਾਣਾ।
ਪ੍ਰਿਥੀ ਚੰਦ ਚੰਦੂ ਦੀਆਂ ਗੱਲਾਂ ਸੁਣ ਕੇ ਬੜਾ ਖੁਸ਼ ਹੁੰਦਾ, ਅੰਗਾਂ ਵਿੱਚ ਨਹੀਂ ਸਮਾਉਂਦਾ ਕਰ ਆਨੰਦ ਚੰਦੂ ਵਡਿਆਵੇਂ ਤੇ ਬੜਾ ਆਨੰਦ ਦੇ ਨਾਲ ਚੰਦੂ ਨੂੰ ਵਡਿਆਉਂਦਾ ਹੈ, ਚੰਦੂ ਦੀ ਵਡਿਆਈ ਕਰਦਾ ਹੈ। ਤੁਮ ਮਾਲਕ ਜਗ ਕੇ ਸਮਰੱਥ ਬੜਾ ਖੁਸ਼ ਆ, ਉਹਨੂੰ ਕਹਿਣ ਲੱਗਾ, ਚੰਦੂ ਨੂੰ ਕਹਿਣ ਲੱਗਾ, ਤੁਸੀਂ ਬਾਦਸ਼ਾਹ ਦੇ ਦੀਵਾਨ ਹੋ, ਮਾਲਕ ਹੋ ਸਾਰੇ ਦੇਸ਼ ਦੇ, ਤੇ ਸਾਰਾ ਕੁਝ ਜਗ ਦੇ ਮਾਲਕ ਹੋਣ ਦੇ ਨਾਤੇ ਕਰਨ ਦੇ ਸਮਰੱਥ ਵੀ ਹੋ। ਬਖਸ਼ਨ ਹਤਨ ਨਰਨ ਵਿੱਚ ਹੱਥ ਕਹਿਣ ਲੱਗਾ, ਕਿਸੇ ਨੂੰ ਬਖਸ਼ ਦੇਵੋ, ਕਿਸੇ ਨੂੰ ਮਾਰ ਦੇਵੋ, ਖਤਮ ਕਰ ਦੇਵੋ, ਤੁਹਾਡੇ ਹੱਥ ਵਿੱਚ ਹੈ। ਇਹ ਹੁਣ ਚੰਦੂ ਨੂੰ ਰੱਬ ਸਮਝ ਬੈਠਾ, ਕਿਉਂਕਿ ਜੀਵਨ ਤੇ ਮੌਤ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ। ਜੀਵਨ ਵੀ ਉਹ ਦਿੰਦਾ ਹੈ ਤੇ ਕਾਲ ਵਸ ਵੀ ਉਹਦੇ ਹੁਕਮ ਅਨੁਸਾਰ ਹੀ ਮਨੁੱਖ ਹੁੰਦਾ ਹੈ। ਇਹ ਜੀਵਨ ਤੇ ਮੌਤ ਉਸ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਹੈ, ਕਿਸੇ ਮਨੁੱਖ ਦੇ ਨਹੀਂ। ਇਹ ਹੁਣ ਉਹਨੂੰ ਜਿਹੜਾ ਉਹਦੇ ਹੰਕਾਰ ਨੂੰ ਹੋਰ ਤੂਲ ਦੇ ਰਿਹਾ ਹੈ, ਉਹਨੂੰ ਵਡਿਆ ਰਿਹਾ ਹੈ। ਕਹਿਣ ਲੱਗਾ, ਕਿਸੇ ਨੂੰ ਮਾਰ ਦਿਓ, ਕਿਸੇ ਨੂੰ ਛੱਡ ਦਿਓ, ਬਖਸ਼ ਦਿਓ, ਤੁਹਾਡੇ ਹੱਥ ਦੇ ਵਿੱਚ ਹੈ। ਇਮ ਬਕਸਮ ਅਗ ਚਿਤਵਤ ਦੋ ਇਸ ਪ੍ਰਕਾਰ ਬਗਲੇ ਦੇ ਸਮਾਨ ਜਿਹੜਾ ਦੋਵੇਂ ਪਾਪ ਚਿਤਵਦੇ ਹਨ। ਸਿਰੇ ਪਾਉ ਚੈ ਦੇ ਬੈਸੋ ਤੇ ਹੁਣ ਜਿਹੜਾ ਇਹ ਸਿਰੇ ਪਾਉ ਲੈ ਕੇ ਆਇਆ ਸੀ ਚੰਦੂ ਨੂੰ ਦੇਣ ਵਾਸਤੇ, ਹੁਣ ਇਹ ਚੰਦੂ ਨੂੰ ਸਿਰੇ ਪਾਉ ਦੇਣਾ ਚਾਹੁੰਦਾ ਹੈ। ਬਹੁਤ ਮੋਲ ਕੋ ਜਰੀ ਵਿਸਾਲਾ ਜਿਹਦੇ ਉੱਤੇ ਬੜਾ ਧਨ ਖਰਚ ਕੀਤਾ ਸੀ, ਬਹੁ ਮੋਲਾ ਜਿਹੜਾ ਸੀ, ਜਿਹਦੇ ਨਾਲ ਦੋਵਾਂ ਪਾਸਿਆਂ ਤੋਂ ਪੱਗ ਦੇ ਜਰੀ ਲੱਗੀ ਹੋਈ ਸੀ, ਉਹ ਬਹੁ ਮੋਲਾ ਸਿਰੇ ਪਾਉ ਜਿਹੜਾ ਉਹ ਦੇਣਾ ਕੀਤਾ। ਗੁਰ ਘਰ ਕੋ ਲਿਓ ਰਹੋ ਸੁਖਾਲਾ ਤੇ ਪ੍ਰਿਥੀ ਚੰਦ ਕਹਿਣ ਲੱਗਾ ਚੰਦੂ ਨੂੰ, ਕਿਹਾ ਗੁਰੂ ਘਰ ਵੱਲੋਂ ਸਿਰੇ ਪਾਉ ਹੈ ਚੰਦੂ ਦੀਵਾਨ ਜੀ, ਇਹ ਤੁਸੀਂ ਪ੍ਰਾਪਤ ਕਰੋ ਤੇ ਸੁਖ ਦੇ ਸਹਿਤ ਰਹਿਣਾ ਕਰੋ। ਸਾਦਰ ਚੰਦੂ ਨੇ ਤਬਲੀਨ ਤੇ ਜਦੋਂ ਹੁਣ ਉਹ ਸਿਰੇ ਪਾਉ ਪ੍ਰਿਥੀ ਚੰਦ ਨੇ ਦਿੱਤਾ ਤੇ ਚੰਦੂ ਨੇ ਵੀ ਜਿਹੜਾ ਉਹ ਸਿਰੇ ਪਾਉ ਪ੍ਰਾਪਤ ਕੀਤਾ ਹੈ। ਸਿਰ ਪਰ ਧਰ ਕਰ ਆਨੰਦ ਕੀਨ ਤੇ ਉਹ ਸਿਰੇ ਪਾਉ ਨੂੰ ਆਪਣੇ ਸਿਰ ਤੇ ਰੱਖਿਆ, ਸਿਰ ਤੇ ਰੱਖ ਕੇ ਚੰਦੂ ਬੜਾ ਖੁਸ਼ ਹੋਇਆ। ਦਰਬ ਮੰਗਾਏ ਅਰਪਨਾ ਕਰੇ ਦਰਬ ਮੰਗਾ ਕਰਕੇ ਉਹ ਅਰਪਣਾ ਕੀਤਾ। ਹੱਥ ਜੋੜ ਨਮਰਿਓ ਹਿਤ ਧਰੇ ਤੇ ਦੋਵੇਂ ਹੱਥ ਜੋੜ ਕੇ ਬੜੇ ਨਿਮਰਤਾ ਦੇ ਸਹਿਤ ਕਹਿਣ ਲੱਗਾ, ਪ੍ਰਿਥੀਏ ਨਿਸ਼ਚੇ ਕੀ ਨਸ ਤਬੇ ਤੇ ਹੁਣ ਪ੍ਰਿਥੀ ਚੰਦ ਨੇ ਆਪਣੇ ਮਨ ਦੇ ਅੰਦਰ ਨਿਸ਼ਚਾ ਜਿਹੜਾ ਸੀ ਉਸ ਵਕਤ ਪੱਕਾ ਕਰ ਲਿਆ। ਇਹ ਮਨ ਦੇ ਅੰਦਰ ਪੱਕਾ ਕਰਕੇ ਜਾਣ ਲਿਆ। ਗੁਰਤਾ ਪ੍ਰਾਪਤ ਮੋਕੋ ਅਬੇ ਕਹਿਣ ਲੱਗਾ, ਹੁਣ ਤਾਂ ਮੈਂ ਗੁਰਤਾ ਗੱਦੀ ਪ੍ਰਾਪਤ ਕਰ ਹੀ ਲੈਣੀ ਹੈ। ਇਹਦੇ ਮਨ ਦਾ ਖਿਆਲ ਸੀ ਕਿ ਹੁਣ ਜਿਵੇਂ ਚੰਦੂ ਨੇ ਕਿਹਾ ਹੈ ਕਿ ਲਾਹੌਰ ਪਹੁੰਚ ਕੇ ਮੈਂ ਕੈਦ ਕਰ ਲੈਣਾ ਹੈ ਤੇ ਬਾਹਰ ਨਿਕਲਣੇ ਦੇਣਾ ਤੇ ਗੁਰਤਾ ਗੱਦੀ ਤੈਨੂੰ ਲੈ ਦੇਣੀ ਹੈ। ਚੰਦੂ ਦੀਆਂ ਗੱਲਾਂ ਸੁਣ ਕੇ ਬੜਾ ਪ੍ਰਸੰਨ ਹੋਇਆ ਕਿ ਹੁਣ ਗੁਰਤਾ ਗੱਦੀ ਜਿਹੜੀ ਆ ਉਹ ਮੈਨੂੰ ਪ੍ਰਾਪਤ ਹੋ ਜਾਣੀ ਹੈ। ਸੁਲਹੀ ਤੇ ਇਹ ਆਹੇ ਮਹਾਨ ਕਹਿਣ ਲੱਗਾ, ਸੁਲੇ ਖਾਂ ਮੇਰਾ ਮਦਦਗਾਰ ਸੀ, ਸਹਾਇਕ ਸੀ, ਉਹ ਮਰ ਗਿਆ, ਪਰ ਚੰਦੂ ਜਿਹੜਾ ਉਹਦੇ ਤੋਂ ਵੀ ਮਹਾਨ ਹੈ, ਕਿਉਂ ਚੰਦੂ ਬਾਦਸ਼ਾਹ ਦਾ ਦੀਵਾਨ ਹੈ। ਚੰਦੂ ਜਿਹੜਾ ਹੈ ਇਹ ਉਹ ਸੁਲੇ ਖਾਂ ਤੋਂ ਵੀ ਮਹਾਨ ਹੈ, ਵੱਡਾ ਹੈ। ਮਾਲਿਕ ਮੁਲਕਨ ਸ਼ਾਹ ਦੀਵਾਨ ਇਹ ਮੁਲਕਾਂ ਦਾ ਮਾਲਕ ਹੈ, ਬਾਦਸ਼ਾਹ ਦਾ ਦੀਵਾਨ ਹੈ ਚੰਦੂ, ਮੁਲਕਾਂ ਦੇ ਵਿੱਚ ਇਹਦਾ ਹੁਕਮ ਚੱਲਦਾ ਹੈ। ਕਰਿਓ ਸਖਾਪਨ ਸੁਖ ਕੋ ਪਾਏ ਇਸ ਪ੍ਰਕਾਰ ਦੇ ਨਾਲ ਸਖਾਪਨ ਮਿੱਤਰਤਾ ਵਧਾ ਕੇ ਦੋਵਾਂ ਪਾਸਿਆਂ ਤੋਂ ਜਦੋਂ ਮਿੱਤਰਤਾ ਆਪਸ ਵਿੱਚ ਬਣੀ ਹੈ ਤੇ ਬੜਾ ਸੁਖ ਪ੍ਰਾਪਤ ਕੀਤਾ। ਜਿਤੇ ਮਨੋਰਥ ਹੋਏ ਦੁਖਦਾਏ ਤੇ ਜਿਹੜਾ ਦੁਖਦਾਈ ਹੋਇਆ ਮਨੋਰਥ ਚਿਤਵਦਾ ਸੀ। ਕੇਤਕ ਦਿਨ ਤਬ ਦਿੱਲੀ ਰਹਿਓ ਇਸ ਪ੍ਰਕਾਰ ਦੇ ਨਾਲ ਹੁਣ ਉਹ ਮਨੋਰਥ ਪੂਰਾ ਹੁੰਦਾ ਨਜ਼ਰ ਆਇਆ ਤੇ ਕੁਝ ਕੁ ਜਿਹੜਾ ਦਿਨ ਹੈ ਉਹ ਦਿੱਲੀ ਵਿਖੇ ਰਹਿ ਕੇ ਨੇ ਪ੍ਰਿਥੀ ਚੰਦ ਨੇ ਬਤੀਤ ਕੀਤੇ, ਕੁਝ ਦਿਨ ਦਿੱਲੀ ਹੀ ਰਿਹਾ। ਨਿਤ ਚੰਦੂ ਮਿਲ ਹੋਏ ਹਿਤ ਲਇਓ ਤੇ ਬੜਾ ਹਿੱਤ ਧਾਰ ਕੇ ਬੜਾ ਪ੍ਰੇਮ ਵਧਾ ਕੇ ਜਿੰਨੇ ਦਿਨ ਦਿੱਲੀ ਰਿਹਾ ਰੋਜ਼ ਚੰਦੂ ਨੂੰ ਮਿਲਦਾ ਹੈ ਪ੍ਰਿਥੀ ਚੰਦ। ਸਦਨ ਜਾਨ ਕੋ ਪੁਨ ਚਿਤ ਚਾਹਾ ਤੇ ਕੁਝ ਦਿਨ ਜਦੋਂ ਸਮਾਂ ਬਤੀਤ ਹੋ ਗਿਆ ਤੇ ਹੁਣ ਪ੍ਰਿਥੀ ਚੰਦ ਦਾ ਘਰ ਵਾਪਸ ਆਉਣ ਨੂੰ ਮਨ ਕੀਤਾ ਹੈ। ਮਨਿਓ ਸ਼ਾ ਸਚਿਵ ਕੇ ਪਾਹਾ ਤੇ ਇਸ ਪ੍ਰਕਾਰ ਦੇ ਨਾਲ ਮਨਿਓ ਸ਼ਾਹ ਸਚਿਵ ਕੇ ਪਾਹਾ ਜਿਹੜਾ ਬਾਦਸ਼ਾਹ ਦਾ ਜਿਹੜਾ ਵਜ਼ੀਰ ਇਹ ਦੀਵਾਨ ਸੀ ਚੰਦੂ,
ਉਹਦੇ ਕੋਲ ਚੱਲ ਕੇ ਪਹੁੰਚਿਆ ਨੂੰ ਮਿਲਿਆ ਹੈ। ਸਾਦਰ ਬੈਠੇ ਮਸਲਤ ਕਰੇ ਦੋਵੇਂ ਆਪਸ ਦੇ ਵਿੱਚ ਮਿਲ ਕੇ ਬੈਠ ਕੇ ਸਲਾਹ ਮਸ਼ਵਰਾ ਕਰਨ ਲੱਗੇ ਸ੍ਰੀ ਅਰਜਨ ਸੰਗ ਅਗ ਕੋ ਤਰੇ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਤਾਈ ਜਿਹੜਾ ਆਗ ਕਹਿੰਦੇ ਪਾਪ ਮਨ ਵਿੱਚ ਚਿਤਵਦੇ ਹਨ। ਮੋਕੋ ਦਿਓ ਬਿਦਾ ਘਰ ਜਾਵੋ ਇਸ ਤਰ੍ਹਾਂ ਦੇ ਨਾਲ ਸਲਾਹ ਮਸ਼ਵਰਾ ਕਰਦੇ ਹਨ ਕਿ ਕਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਕੜ ਕਰਕੇ ਕੈਦ ਵਿੱਚ ਪਾ ਕੇ ਖਤਮ ਕਰਨਾ ਹੈ। ਇਹ ਪਾਪ ਮਨ ਅੰਦਰ ਚਿਤਵ ਰਹੇ ਨੇ ਤੇ ਹੁਣ ਇਸ ਤਰ੍ਹਾਂ ਦੇ ਨਾਲ ਸਲਾਹ ਮਸ਼ਵਰਾ ਕਰਦੇ ਆ। ਪ੍ਰਿਥੀ ਚੰਦ ਕਹਿਣ ਲੱਗਾ ਕਿ ਮੈਨੂੰ ਘਰ ਜਾਣ ਦੀ ਆਗਿਆ ਦੇਵੋ। ਬੀਤੇ ਉਚਿਰ ਕੁਟੰਬ ਸੁਧ ਪਾਵੋ ਬਹੁਤ ਲੰਬਾ ਸਮਾਂ ਇੱਥੇ ਬਤੀਤ ਕਈ ਦਿਨ ਜਿਹੜੇ ਮੇਰੇ ਬੀਤ ਗਏ ਹਨ। ਹੁਣ ਮਨ ਕਰਦਾ ਕਿ ਮੈਂ ਘਰ ਜਾ ਕੇ ਪਰਿਵਾਰ ਦੇ ਸੁੱਧ ਸਾਰ ਲੈਣਾ ਕਰਾਂ। ਰਹੋ ਪ੍ਰਤੀਕਤ ਪੰਥ ਤੁਮਾਰਾ ਨਾਲ ਹੀ ਕਹਿਣ ਲੱਗਾ ਇਹਨੂੰ ਚੰਦੂ ਦੀਵਾਨ ਨੂੰ ਪ੍ਰਿਥੀ ਚੰਦ ਕਹਿਣ ਲੱਗਾ ਮੈਂ ਪਿੰਡ ਪਹੁੰਚ ਕੇ ਤੁਹਾਡਾ ਰਾਹ ਉਡੀਕਾਂਗਾ, ਤੁਹਾਡਾ ਰਾਹ ਵੇਖਾਂਗਾ, ਤੁਹਾਡੇ ਆਉਣ ਦੀ ਉਡੀਕ ਕਰਾਂਗਾ। ਆਵਨ ਮੈਨੇ ਕਰੋ ਆਵਾਰਾ ਕਹਿਣ ਲੱਗਾ ਆਉਣ ਵਿੱਚ ਦੇਰੀ ਨਾ ਕਰਿਓ। ਬਾਰ-ਬਾਰ ਹੁਣ ਪੱਕੀਆਂ ਕਰਦਾ ਚੰਦੂ ਨੂੰ। ਕਹਿਣ ਲੱਗਾ ਚੰਦੂ ਦੀਵਾਨ ਜੀ ਮੈਂ ਤੁਹਾਡੀ ਉਡੀਕ ਕਰਾਂ, ਤੁਹਾਡਾ ਰਾਹ ਵੇਖਾਂਗਾ, ਤੁਸੀਂ ਆਉਣ ਵਿੱਚ ਦੇਰੀ ਨਾ ਕਰਿਓ। ਇੱਕ ਆਸਰਾ ਹਮਨੇ ਹੀਰਾ ਹੁਣ ਮੈਂ ਇੱਕੋ ਤੁਹਾਡਾ ਹੀ ਆਸਰਾ ਵੇਖਿਆ ਕਿਉਂਕਿ ਸੁਲੇ ਖਾਂ ਤਾਂ ਚਲਾ ਗਿਆ ਇਸ ਜਹਾਨ ਤੋਂ ਤੇ ਹੁਣ ਇੱਕ ਆਸਰਾ ਮੈਂ ਤੁਹਾਡਾ ਹੀ ਤੱਕਿਆ ਹੈ। ਤੁਮ ਤੇ ਕਾਰ ਸੁਧਰ ਹੈ ਮੇਰਾ ਤੁਹਾਡੇ ਦੁਆਰਾ ਹੀ ਮੇਰਾ ਕਾਰਜ ਜਿਹੜਾ ਉਹ ਸਵਰਨਾ ਹੈ। ਬਾਰ ਬਾਰ ਕਿਆ ਕਹੋ ਬਨਾਈ ਨਾਲੇ ਤਾਂ ਪ੍ਰਿਥੀ ਚੰਦ ਦੁਨੀ ਚੰਦ ਦੀਆਂ ਸਿਫਤਾਂ ਕਰੀ ਜਾ ਰਿਹਾ ਹੈ, ਉਹਨੂੰ ਵਡਿਆ ਰਿਹਾ ਹੈ ਤੇ ਨਾਲ ਨਾਲ ਕਹਿੰਦਾ ਬਾਰ-ਬਾਰ ਮੈਂ ਕੀ ਕੀ ਕਹਿ ਕੇ ਬਣਾ ਕੇ ਤੁਹਾਨੂੰ ਦੱਸਣਾ ਕਰਾਂ। ਜਾਣਤ ਸਭ ਬਿਦ ਕੀ ਚਤਰਾਈ ਤੁਸੀਂ ਆਪ ਹੀ ਬੜੇ ਸਿਆਣੇ ਹੋ, ਤੁਸੀਂ ਸਾਰਾ ਕੁਝ ਆਪ ਹੀ ਜਾਣਦੇ ਹੋ, ਇਸ ਲਈ ਮੈਂ ਬਹੁਤਾ ਕੁਝ ਬਣਾ ਕੇ ਤੁਹਾਨੂੰ ਕੀ ਦੱਸਣਾ ਕਰਾਂ। ਜਿਉਂ ਕਿਉਂ ਕਰੋ ਸ਼ਾਹ ਕੋ ਤਿਆਰੀ ਜਿਵੇਂ ਕਿਵੇਂ ਕਰਕੇ ਤੁਸੀਂ ਬਾਦਸ਼ਾਹ ਨੂੰ ਮਨਾ ਲਵੋ, ਬਾਦਸ਼ਾਹ ਦੀ ਤਿਆਰੀ ਕਰਵਾਓ ਲਾਹੌਰ ਆਉਣ ਦੀ। ਲਾਪੁਰ ਥਿਰੋ ਆਏ ਜਿਸ ਬਾਰੀ ਤੇ ਲਾਹੌਰ ਜਦੋਂ ਤੁਸੀਂ ਆ ਕੇ ਆਪਣਾ ਨਿਵਾਸ ਕਰੋਗੇ, ਲਾਹੌਰ ਜਦੋਂ ਪਹੁੰਚੋਗੇ ਰਾਵਰ ਸੰਗ ਮਿਲੋ ਮੈਂ ਆਈ ਉਸ ਵਕਤ ਆ ਕੇ ਹੇ ਦੀਵਾਨ ਜੀ ਮੈਂ ਆ ਕੇ ਤੁਹਾਡੇ ਰਾਹੀਂ ਬਾਦਸ਼ਾਹ ਨੂੰ ਜ਼ਰੂਰ ਮਿਲਾਂਗਾ। ਤੈ ਲੈ ਹੈ ਸਭ ਬਾਤ ਬਣਾਈ ਤੇ ਫਿਰ ਉੱਥੇ ਮਿਲ ਕੇ ਆਪਾਂ ਸਾਰੀ ਗੱਲ ਬਣਾ ਲਵਾਂਗੇ ਵੀ ਬਾਦਸ਼ਾਹ ਨੂੰ ਕਿਵੇਂ ਕਹਿਣਾ ਹੈ, ਕਿਸ ਤਰ੍ਹਾਂ ਦੇ ਨਾਲ ਉਹਨੂੰ ਭੜਕਾਉਣਾ ਹੈ, ਕਿਸ ਤਰ੍ਹਾਂ ਦੇ ਨਾਲ ਉਹਦੇ ਕੋਲ ਜਿਹੜੀ ਗੱਲ ਬਣਾ ਕੇ ਦੱਸਣੀ ਹੈ। ਜਦੋਂ ਤੁਸੀਂ ਲਾਹੌਰ ਆਓਗੇ ਤੇ ਲਾਹੌਰ ਆਉਣ ਤੇ ਮੈਂ ਵੀ ਚੱਲ ਕੇ ਲਾਹੌਰ ਪਹੁੰਚਾਂਗਾ, ਆਪਾਂ ਦੋਵੇਂ ਮਿਲ ਕੇ ਜਿਹੜੇ ਉਹ ਸਾਰੀ ਗੱਲ ਵਿਉਂਤਬੰਦੀ ਕਰ ਲਵਾਂਗੇ। ਮੈਂ ਪੁਕਾਰ ਕਰੂੰ ਤਿਸ ਥਾਨਾ ਤੇ ਮੈਂ ਪਹੁੰਚਾਂਗਾ ਫਿਰ ਲਾਹੌਰ, ਲਾਹੌਰ ਪਹੁੰਚ ਕੇ ਮੈਂ ਬਾਦਸ਼ਾਹ ਦੇ ਕੋਲ ਪੁਕਾਰੀ ਬਣਾਂਗਾ, ਪੁਕਾਰ ਕਰਾਂਗਾ। ਬਨੇ ਬੁਲਾਵਨ ਕੇਰ ਬਹਾਨਾ ਫਿਰ ਗੁਰੂ ਅਰਜਨ ਦੇਵ ਜੀ ਨੂੰ ਘਰੋਂ ਬੁਲਾਉਣ ਦਾ ਬਹਾਨਾ ਬਣ ਜਾਏਗਾ। ਜਦੋਂ ਤੁਸੀਂ ਲਾਹੌਰ ਆਓਗੇ ਤੇ ਮੈਂ ਫਰਿਆਦੀ ਹੋ ਕੇ ਆਵਾਂਗਾ, ਬਾਦਸ਼ਾਹ ਦੇ ਕੋਲ ਪੁਕਾਰ ਕਰਾਂਗਾ ਤੇ ਜਦੋਂ ਬਾਦਸ਼ਾਹ ਕੋਲ ਪੁਕਾਰ ਕਰਾਂਗਾ ਤੇ ਗੁਰੂ ਅਰਜਨ ਦੇਵ ਜੀ ਨੂੰ ਬੁਲਾਉਣ ਦਾ ਬਹਾਨਾ ਆਪੇ ਬਣ ਜਾਣਾ ਲਾਹੌਰ। ਇਹ ਸਾਰੀ ਜਿਹੜੇ ਇਸ ਤਰੀਕੇ ਨਾਲ ਵਿਧ ਬਣ ਜਾਏਗੀ। ਲਾਪੁਰ ਮੈਂ ਨਿਜ ਘਰ ਲੈ ਜਾਵੋ ਤੇ ਫਿਰ ਹੈ ਚੰਦੂ ਦੀਵਾਨ ਜੀ ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਆਉਣਗੇ, ਲਾਹੌਰ ਆਉਣ ਤੇ ਤੁਸੀਂ ਉਹਨਾਂ ਨੂੰ ਆਪਣੇ ਘਰ ਲੈ ਜਾਣਾ। ਮਨ ਪਾਖਤ ਰਿਪ ਸੰਗ ਕਰਾਵੋ ਤੇ ਫਿਰ ਮਨ ਭਾਉਂਦਾ ਜਿਸ ਤਰ੍ਹਾਂ ਹੋਵੇ ਆਪਣੇ ਦੁਸ਼ਮਣ ਦੇ ਨਾਲ ਵਰਤਾਓ ਤੁਸੀਂ ਕਰਿਓ। ਜਿਵੇਂ ਤੁਸੀਂ ਬਦਲਾ ਲੈਣੇ ਚਾਹੁੰਦੇ ਹੋ, ਜਿਸ ਤਰ੍ਹਾਂ ਦਾ ਕੋਈ ਵਰਤਾਓ ਕਰਨਾ ਚਾਹੁੰਦੇ ਹੋ, ਉਸੇ ਤਰ੍ਹਾਂ ਤੁਸੀਂ ਘਰ ਲਿਜਾ ਕੇ ਉਹਨਾਂ ਦੇ ਨਾਲ ਕਰ ਲੈਣਾ। ਚੰਦ ਰੋਜ਼ ਮੈਂ ਚੰਦੂ ਕਏ ਚੰਦੂ ਕਹਿਣ ਲੱਗਾ ਬਸ ਕੁਝ ਕੁ ਦਿਨਾਂ ਦੀ ਗੱਲ ਹੈ, ਚੰਦ ਰੋਜ਼ ਕੁਝ ਕੁ ਦਿਨਾਂ ਦੀ ਗੱਲ ਹੈ ਪ੍ਰਿਥੀ ਚੰਦ। ਅਮਰੋ ਆਵਨ ਹੋਏ ਤੈ ਰਹੇ ਕਹਿਣ ਲੱਗਾ ਥੋੜੇ ਦਿਨਾਂ ਦੇ ਵਿੱਚ ਸਾਡਾ ਆਉਣਾ ਹੋਵੇਗਾ। ਹੁਣ ਆਉਣ ਵਿੱਚ ਪ੍ਰਿਥੀ ਚੰਦ ਦੇਰੀ ਨਹੀਂ ਹੋਵੇਗੀ, ਹੁਣ ਬਹੁਤਾ ਸਮਾਂ ਨਹੀਂ ਲੱਗਣਾ ਸਾਡੇ ਆਉਣ ਦੇ ਵਿੱਚ, ਲਾਹੌਰ ਸਾਡਾ ਛੇਤੀ ਹੀ ਆਉਣਾ ਹੋਵੇਗਾ। ਬਿਲਮ ਨਹੀਂ ਬੋ ਜਾਨੋ ਸਾਚੀ ਇਹ ਗੱਲ ਪ੍ਰਿਥੀ ਚੰਦ ਤੂੰ ਸੱਚੀ ਕਰਕੇ ਜਾਣ ਲੈ, ਮੈਂ ਤੈਨੂੰ ਉਦਾਂ ਹੀ ਨਹੀਂ ਕਹਿ ਰਿਹਾ, ਮੇਰੀ ਗੱਲ ਸੱਚੀ ਕਰਕੇ ਮੰਨ ਕੇ ਹੁਣ ਅਸੀਂ ਬਹੁਤ ਛੇਤੀ ਜਿਹੜਾ ਲਾਹੌਰ ਆਵਾਂਗੇ। ਹੋਏ ਪੂਰਨ ਜਿਸ ਮੈਂ ਰੁਚ ਰਾਖੀ ਤੇ ਜਿਹਦੇ ਵਿੱਚ ਮੈਂ ਰੁਚੀ ਰੱਖਦਾ, ਜੋ ਮੈਂ ਕਰਨਾ ਚਾਹੁੰਦਾ, ਮਨ ਦੇ ਅੰਦਰ ਖਿਆਲ ਬਣਾਇਆ ਹੈ, ਜੋ ਮੈਂ ਕਰਨਾ ਚਾਹੁੰਦਾ ਉਹ ਮੈਂ ਹੁਣ ਛੇਤੀ ਹੀ ਆ ਕੇ ਲਾਹੌਰ ਜ਼ਰੂਰ ਪੂਰਾ ਕਰਾਂਗਾ। ਮਿਲੋ ਆਏ ਸਭ ਕਾਰ ਸੁਧਾਰੇ ਤੂੰ ਆ ਕੇ ਉੱਥੇ ਆ ਕੇ ਮਿਲੇ
ਤੇ ਜਦੋਂ ਤੂੰ ਮਿਲੇਗਾ ਆ ਕੇ ਆਪਾਂ ਦੋਵੇਂ ਮਿਲ ਕੇ ਆਪਸ ਦੇ ਵਿੱਚ ਜਿਹੜਾ ਕਾਰਜ ਫਿਰ ਉਹ ਸਵਾਰ ਲਵਾਂਗੇ। ਗੁਰਤਾ ਦੇ ਸ਼ਤਰੂ ਕੋ ਮਾਰੇ। ਜਿਹੜਾ ਤੇਰਾ ਦੁਸ਼ਮਣ ਹੈ, ਜਿਹਨੂੰ ਤੂੰ ਦੁਸ਼ਮਣ ਸਮਝਦਾ ਗੁਰੂ ਅਰਜਨ ਦੇਵ ਜੀ ਨੂੰ, ਉਹਨਾਂ ਨੂੰ ਲਾਹੌਰ ਬੁਲਾ ਕੇ ਖਤਮ ਕਰ ਦੇਵਾਂਗੇ, ਉਹਨਾਂ ਨੂੰ ਮਾਰ ਕੇ ਗੁਰਤਾ ਗੱਦੀ ਤੈਨੂੰ ਦੇ ਦੇਵਾਂਗੇ। ਮਹਾ ਦੁਸ਼ਟ ਸੋ ਮਸਲਤ ਕਰਕੇ। ਇਸ ਪ੍ਰਕਾਰ ਦੇ ਨਾਲ ਮਹਾ ਦੁਸ਼ਟ ਹੈ ਚੰਦੂ ਪਾਪੇ। ਇਹ ਮਹਾ ਦੁਸ਼ਟ ਦੇ ਨਾਲ ਇਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਨੇ ਸਲਾਹਾਂ ਕੀਤੀਆਂ, ਮਸ਼ਵਰਾ ਕੀਤਾ। ਭਇਓ ਵਿਸਰਜਨ ਸੁਖ ਉਰ ਭਰ ਕੇ। ਇਸ ਪ੍ਰਕਾਰ ਦੇ ਨਾਲ ਹੁਣ ਬੜਾ ਸੁਖ ਇਹਦੇ ਹਿਰਦੇ ਅੰਦਰ ਵਰਤਿਆ, ਕਿਉਂਕਿ ਪਾਪ ਜਿਹੜਾ ਮਨ ਅੰਦਰ ਸੀ, ਜਿਹੜਾ ਮਨੋਰਥ ਪੂਰਾ ਕਰਨਾ ਚਾਹੁੰਦਾ ਸੀ, ਹੁਣ ਇਹਨੇ ਵੇਖਿਆ ਕਿ ਚੰਦੂ ਦੇ ਰਾਹੀਂ ਪੂਰਾ ਹੋ ਜਾਣਾ ਹੈ, ਤੇ ਇਹ ਹੁਣ ਮਨ ਵਿੱਚ ਖਿਆਲ ਬਣਾ ਕਰਕੇ ਬੜਾ ਸੁਖ ਭਰ ਕੇ ਜਿਹੜਾ ਉੱਥੋਂ ਜਿਹੜਾ ਚੱਲਿਆ ਹੈ। ਦਿੱਲੀ ਤੇ ਵੈ ਕਰ ਅਸਵਾਰ। ਹੁਣ ਦਿੱਲੀ ਤੋਂ ਅਸਵਾਰ ਹੋ ਕੇ ਘੋੜੇ ਤੇ ਵਾਪਸ ਇਹਨੇ ਚਾਲਾ ਪਾਇਆ ਹੈ। ਗਮਨਿਓ ਤੂਰਨ ਮਗ ਪਗ ਡਾਰ। ਇਹਨੇ ਹੁਣ ਦਿੱਲੀ ਤੋਂ ਜਿਹੜਾ ਰਸਤਾ ਸੀ ਮਾਲਵੇ ਦੇਸ਼ ਦਾ, ਇਹਦੇ ਨਗਰ ਵੱਲ ਨੂੰ ਚੜ ਕਰਕੇ ਉਹ ਰਸਤੇ ਤੇ ਚਾਲਾ ਪਾ ਦਿੱਤਾ। ਪਹੁੰਚਿਓ ਕੋਠੇ ਗ੍ਰਾਮ ਮਝਾਰਾ। ਤੇ ਕੋਠੇ ਨਗਰ ਦੇ ਵਿੱਚ ਰਹਿੰਦਾ ਸੀ ਦਾ ਨਿਵਾਸ ਸੀ, ਕੋਠੇ ਨਗਰ ਦੇ ਵਿੱਚ ਆਣ ਪਹੁੰਚਿਆ ਹੈ ਪ੍ਰਿਥੀ ਚੰਦ। ਲਿਓ ਆਨੇ ਆਪਣੇ ਪਰਿਵਾਰ। ਆ ਕੇ ਆਪਣੇ ਪਰਿਵਾਰ ਨੂੰ ਮਿਲਿਆ, ਘਰ ਵਿੱਚ ਪਹੁੰਚਿਆ, ਘਰ ਦੇ ਵਿੱਚ ਆ ਕੇ ਪਰਿਵਾਰ ਦੇ ਨਾਲ ਮਿਲਾਪ ਕੀਤਾ ਹੈ। ਮਿਹਰਵਾਨ ਕੋਲੇ ਕਰ ਗੋਦ। ਇਹਨਾਂ ਦਾ ਪੁੱਤਰ ਸੀ ਮਿਹਰਬਾਨ, ਆਪਣੇ ਪੁੱਤਰ ਮਿਹਰਬਾਨ ਨੂੰ ਇਹਨੇ ਪ੍ਰਿਥੀ ਚੰਦ ਨੇ ਗੋਦੀ ਦੇ ਵਿੱਚ ਲਿਆ, ਗੋਦ ਵਿੱਚ ਲੈਣਾ ਕੀਤਾ। ਬੈਠਿਓ ਪ੍ਰਿਥਿਆ ਪਾਏ ਪ੍ਰਮੋਦ। ਤੇ ਹੁਣ ਪ੍ਰਿਥੀ ਚੰਦ ਘਰ ਦੇ ਵਿੱਚ ਬੈਠਾ, ਪੁੱਤਰ ਨੂੰ ਗੋਦੀ ਵਿੱਚ ਲੈ ਕੇ ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ। ਚੰਦੂ ਸੰਗ ਮਿਲਨ ਹਰ ਖਾਵਨ। ਹੁਣ ਚੰਦੂ ਦੇ ਨਾਲ ਜਿਹੜਾ ਮਿਲਾਪ ਹੋਇਆ, ਜਿਹੜੀ ਦੋਸਤੀ ਹੋਈ ਚੰਦੂ ਦੇ ਨਾਲ, ਮਿੱਤਰਤਾ ਬਣੀ ਹੈ, ਉਹਨੂੰ ਲੈ ਕੇ ਬੜਾ ਇਹ ਖੁਸ਼ ਹੈ ਪ੍ਰਿਥੀ ਚੰਦ। ਸਭ ਕਰਮੋ ਟਿਕ ਕਰਿਓ ਬਤਾਵਨ। ਉਹਦੇ ਦੇ ਘਰ ਵਾਲੇ ਸੀ ਕਰਮੋ, ਜਿਹੜੇ ਇਹਨੂੰ ਹਰ ਵੇਲੇ ਉਹ ਵੀ ਉਕਸਾਉਂਦੀ ਰਹਿੰਦੀ ਸੀ, ਪਾਪ ਕਰਨ ਦੇ ਵਿੱਚ ਉਹ ਵੀ ਪ੍ਰਵਿਰਤ ਸੀ। ਹੁਣ ਉਹ ਵੀ ਇਹਦੇ ਕੋਲ ਬੈਠੀ ਹੈ, ਤੇ ਆਪਣੇ ਘਰ ਵਾਲੇ ਕਰਮੋਂ ਨੂੰ ਜਿਹੜਾ ਸਾਰਾ ਬਿਰਤਾਂਤ ਸੀ, ਜਿਸ ਤਰ੍ਹਾਂ ਦੇ ਨਾਲ ਚੰਦੂ ਨਾਲ ਵਿਚਾਰਾ ਹੋਈਆਂ, ਜਿਵੇਂ ਚੰਦੂ ਨੇ ਕਿਹਾ, ਉਸੇ ਪ੍ਰਕਾਰ ਉਹ ਸਾਰਾ ਕੁਝ ਬੜਾ ਖੁਸ਼ ਹੋਇਆ ਆਪਣੇ ਘਰ ਵਾਲੇ ਨੂੰ ਦੱਸਦਾ ਹੈ। ਕਿ ਚਿਤ ਦਿਨ ਮੈਂ ਗੁਰਤਾ ਗਾਦੀ। ਕਹਿਣ ਲੱਗਾ ਬਸ ਕੁਝ ਕੁ ਦਿਨਾਂ ਵਿੱਚ, ਹੁਣ ਦੇਰੀ ਨਹੀਂ ਲੱਗਣੀ, ਜਿਸ ਸਮੇਂ ਦੀ ਉਡੀਕ ਸੀ, ਜਿਹਦੇ ਲਈ ਬੜੇ ਚਿਰ ਤੋਂ ਯਤਨ ਕਰ ਰਿਹਾ ਸੀ। ਕਹਿਣ ਲੱਗਾ ਆਪਣੇ ਘਰ ਵਾਲੇ ਨੂੰ ਦੱਸਦਾ, ਹੌਸਲਾ ਦਿੰਦਾ, ਕਹਿਣ ਲੱਗਾ ਕਰਮੋ ਤੂੰ ਘਬਰਾ ਨਾ, ਕਿਸੇ ਗੱਲ ਦੀ ਚਿੰਤਾ ਨਾ ਕਰ, ਹੁਣ ਕੁਝ ਕੁ ਦਿਨਾਂ ਦੇ ਵਿੱਚ ਹੀ ਗੁਰਤਾ ਗੱਦੀ ਆਪਾਂ ਨੂੰ ਮਿਲ ਜਾਣੀ ਹੈ। ਹਮ ਟਿਕ ਆਏ ਹੋਏ ਸਭ ਸ਼ਾਦੀ। ਤੇ ਹੁਣ ਸਾਡੇ ਕੋਲ ਗੁਰਤਾ ਗੱਦੀ ਆ ਜਾਣੀ ਹੈ, ਤੇ ਗੁਰਤਾ ਗੱਦੀ ਜਦੋਂ ਘਰ ਦੇ ਵਿੱਚ ਆ ਗਏ, ਤੇ ਘਰ ਦੇ ਵਿੱਚ ਫਿਰ ਸਦਾ ਹੀ ਖੁਸ਼ੀਆਂ ਬਣ ਜਾਣਗੀਆਂ, ਫਿਰ ਸਦਾ ਹੀ ਖੁਸ਼ੀਆਂ ਮਨਾਵਾਂਗੇ। ਪ੍ਰਥਮ ਸਹਾਇਕ ਭਇਓ ਵਿਨਾਸ਼। ਜਿਹੜਾ ਮੇਰਾ ਪਹਿਲਾ ਮਦਦਗਾਰ ਸੀ, ਸਹਾਇਕ ਸੀ ਸੁਲੇ ਖਾਂ, ਉਹ ਖਤਮ ਹੋ ਗਿਆ, ਉਹਦੀ ਮੌਤ ਹੋ ਗਈ, ਉਹ ਆਵੇ ਦੀ ਅੱਗ ਵਿੱਚ ਸੜ ਕੇ ਮਰ ਗਿਆ। ਅਬ ਚੰਦੂ ਹਮ ਕਰੇ ਹੁਲਾਸ। ਕਹਿਣ ਲੱਗਾ ਹੁਣ ਚੰਦੂ ਮੇਰਾ ਮਿੱਤਰ ਬਣਿਆ, ਉਹਨੇ ਮੈਨੂੰ ਹੌਸਲਾ ਦਿੱਤਾ ਹੈ, ਉਹ ਹੁਣ ਇਹ ਜ਼ਰੂਰ ਮੇਰਾ ਕਾਰਜ ਪੂਰਾ ਕਰੇਗਾ। ਦੋਹਰਾ ਸ਼੍ਰੀ ਅਰਜਨ ਜਗ ਸਤ ਗੁਰੂ ਸੰਗਤ ਕਰਤੇ ਉਦਾਰ। ਇਧਰ ਪ੍ਰਿਥੀ ਚੰਦ ਪਾਪ ਕਰਨ ਵਿੱਚ ਪ੍ਰਵਿਰਤ ਹੈ ਚੰਦੂ ਨਾਲ ਮਿਲ ਕੇ, ਉਧਰ ਜਗਤ ਦੇ ਮਾਲਕ ਜਗਤ ਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਹੜੇ ਸੰਸਾਰ ਦੇ ਵਿੱਚ ਆਏ ਸੰਗਤ ਕਰਤ ਉਧਾਰ, ਜਿਹੜੇ ਜੀਵਾਂ ਦਾ ਉਧਾਰ ਕਰਨ ਵਾਸਤੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆਉਣਾ ਕੀਤਾ, ਜਗਤ ਦੇ ਗੁਰੂ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਸਹਿਤੇ ਆਨੰਦ ਬਿਲੰਦ ਕੇ ਕਿਤਕ ਕਾਲ ਕੋਟਾਰ। ਜਿਹੜੇ ਵੱਡੇ ਆਨੰਦ ਦੇ ਨਾਲ ਸੰਸਾਰ ਦੇ ਜੀਵਾਂ ਦੇ ਅੰਦਰੋਂ, ਅਨੇਕਾਂ ਜੀਵਾਂ ਦੇ ਅੰਦਰੋਂ ਮੌਤ ਦਾ ਭੈ ਦੂਰ ਕਰਨ ਵਾਲੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ ਜਪਿਓ, ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੇ ਵੱਡੇ ਆਨੰਦ ਦੇ ਸਹਿਤ
ਉਹਨਾਂ ਨੂੰ ਮਿਲਣ ਵਾਲੇ ਜਿਹੜੇ ਉਹਨਾਂ ਕੋਲ ਚੱਲ ਕੇ ਆਉਂਦੇ ਉਹਨਾਂ ਦੇ ਮਨਾਂ ਦੇ ਅੰਦਰੋਂ ਮੌਤ ਦਾ ਭੈ ਦੂਰ ਕਰ ਦਿੰਦੇ ਹਨ। ਸਵਈਆ ਚੰਦ ਸਿੱਖ ਹਜ਼ਾਰੋਂ ਸ਼ਰਨੀ ਪਰੇ। ਹਜ਼ਾਰਾਂ ਹੀ ਸਿੱਖ ਸੰਗਤਾਂ ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਪੈਂਦੀਆਂ। ਹਜ਼ਾਰਾਂ ਸੰਗਤਾਂ ਦੂਰ ਦਰਾਜ ਦੇ ਦੇਸ਼ਾਂ ਤੋਂ ਇਲਾਕਿਆਂ ਤੋਂ ਚੱਲ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਚੱਲ ਕੇ ਆਉਂਦੀਆਂ ਹਨ। ਸਤਨਾਮ ਕੋ ਦੇ ਉਪਦੇਸ਼। ਤੇ ਜਿਹੜੀਆਂ ਸੰਗਤਾਂ ਚੱਲ ਕੇ ਆਉਂਦੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਤੇ ਸਤਿਗੁਰੂ ਪਾਤਸ਼ਾਹ ਜੀ ਆਈਆਂ ਹੋਈਆਂ ਸੰਗਤਾਂ ਨੂੰ ਸਤਨਾਮ ਸ਼੍ਰੀ ਵਾਹਿਗੁਰੂ ਉਹ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਦਾ ਉਪਦੇਸ਼ ਬਖਸ਼ਦੇ ਹਨ। ਅਜ਼ਮਤ ਜੁਤ ਬੋ ਜੀਵ ਮੁਕਤ ਪੇ। ਜਿਹੜੇ ਆਪਣੇ ਸ਼ਕਤੀ ਨਾਲ ਆਪਣੇ ਤਾਕਤ ਨਾਲ ਜਿੰਨੇ ਵੀ ਜੀਵ ਚੱਲ ਕੇ ਆਉਂਦੇ ਉਹਨਾਂ ਨੂੰ ਮੁਕਤ ਕਰ ਦਿੰਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਿਹੜੇ ਵੀ ਆ ਕੇ ਦਰਸ਼ਨ ਕਰਦੇ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਉਹ ਮੁਕਤ ਹੋ ਜਾਂਦੇ, ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਗੁਰੂ ਸਾਹਿਬ ਜੀ ਉਹਨਾਂ ਨੂੰ ਮੁਕਤ ਕਰ ਦਿੰਦੇ ਹਨ। ਕਾਟੇ ਬੰਧਨ ਕੁਮਤ ਕਲੇਸ਼। ਉਹਨਾਂ ਦੇ ਖੋਟੇ ਮਤ ਉਹਨਾਂ ਦੇ ਦੁੱਖ ਕਲੇਸ਼ ਜਿਹੜੇ ਬੰਧਨ ਨੇ ਉਹ ਗੁਰੂ ਸਾਹਿਬ ਜੀ ਕੱਟ ਦਿੰਦੇ ਨੇ। ਗੁਰੂ ਸਾਹਿਬ ਜੀ ਦਰਸ਼ਨਾਂ ਦਾ ਇੰਨਾ ਪ੍ਰਤਾਪ ਹੈ, ਆਪਣੇ ਪ੍ਰਤਾਪ ਦੇ ਨਾਲ ਜਿੱਥੇ ਜੀਵਾਂ ਨੂੰ ਮੁਕਤ ਕਰਦੇ ਉੱਥੇ ਆਪਣੇ ਪ੍ਰਤਾਪ ਦੇ ਨਾਲ ਜਿਹੜਾ ਹੈ ਉਹ ਜੀਵਾਂ ਦੀ ਖੋਟੀ ਮਤ ਤੇ ਦੁੱਖਾਂ ਵਿਘਨਾਂ ਦਾ ਜਿਹੜੇ ਬੰਧਨ ਪਏ ਉਹ ਕੱਟ ਦਿੰਦੇ ਹਨ। ਸੇਵਾ ਕਰ ਕਰ ਸ਼ਰਦਾ ਧਰ ਧਰ। ਜਿਹੜੀਆਂ ਸੰਗਤਾਂ ਨੇ ਚੱਲ ਕੇ ਆਉਂਦੀਆਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਉਹ ਗੁਰੂ ਸਾਹਿਬ ਜੀ ਦੀ ਪ੍ਰੇਮ ਨਾਲ ਸੇਵਾ ਕਰਦੀਆਂ। ਸੇਵਾ ਕਰਦਿਆਂ ਹਿਰਦੇ ਦੇ ਵਿੱਚ ਸ਼ਰਧਾ ਧਰ ਧਰ ਹਿਰਦੇ ਦੇ ਵਿੱਚ ਸ਼ਰਧਾ ਵਧਾਉਂਦੀਆਂ। ਬਹੁਤ ਸ਼ਰਧਾ ਧਾਰ ਕੇ ਸੰਗਤਾਂ ਚੱਲ ਕੇ ਆ ਕੇ ਸੇਵਾ ਕਰਦੀਆਂ। ਪਾਤਕ ਹਰ ਹਰ ਪਏ ਵਿਸ਼ੇਸ਼। ਜਿਹੜੇ ਪਾਪ ਨੇ ਉਹਨਾਂ ਨੂੰ ਹਰ ਹਰ ਉਹਨਾਂ ਨੂੰ ਖਤਮ ਕਰ ਲੈਂਦੀਆਂ। ਗੁਰੂ ਕੀ ਸੇਵਾ ਕਰਨ ਨਾਲ ਸਤਿਗੁਰੂ ਪਾਤਸ਼ਾਹ ਜੀ ਤੇ ਸ਼ਰਧਾ ਧਰ ਕੇ ਜਿੰਨੇ ਪਾਪ ਨੇ ਉਹ ਪਾਪਾਂ ਦਾ ਨਾਸ਼ ਕਰ ਲੈਂਦੀਆਂ, ਉਹ ਪਾਪ ਖਤਮ ਹੋ ਜਾਂਦੇ ਹਨ। ਕਿਤਕ ਸਮੀਪ ਰਹਿਤ ਨੇ ਗਮਨਤ। ਜਿਹੜੀਆਂ ਸੰਗਤਾਂ ਚੱਲ ਕੇ ਆਉਂਦੀਆਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਕੁਝ ਸੰਗਤਾਂ ਕੁਝ ਸਮਾਂ ਰਹਿ ਕੇ ਦਰਸ਼ਨ ਕਰਕੇ ਵਾਪਸ ਚਲੀਆਂ ਜਾਂਦੀਆਂ, ਪਰ ਕੁਝ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦੀਆਂ ਹਨ। ਦਰਸ਼ਨ ਕੋ ਸੁਖ ਲਏ ਅਸ਼ੇਸ਼। ਹਰ ਰੋਜ਼ ਗੁਰੂ ਸਾਹਿਬ ਜੀ ਦੇ ਦਰਸ਼ਨ ਪਰਸਦੇ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਦਿਆਂ ਹੋਇਆ ਸਤਿਗੁਰੂ ਪਾਤਸ਼ਾਹ ਜੀ ਦਾ ਜਦੋਂ ਰੋਜ਼ ਦਰਸ਼ਨ ਕਰਦੇ ਤੇ ਸੁਖ ਨੂੰ ਪ੍ਰਾਪਤ ਕਰਦੇ ਹਨ। ਅਪਰਦੇਸ਼ ਕਰ ਬੇਕਿਰਤਾਰਥ। ਤੇ ਹੋਰਾਂ ਦੇਸ਼ਾਂ ਦੇ ਵਿੱਚ ਆਪਣਾ ਮਨੋਰਥ ਜਿਹੜਾ ਉਹ ਪੂਰਾ ਕਰਨ ਦੇ ਵਾਸਤੇ ਕਿਤਕ ਵਿਸਰਜਨ ਵੈ ਚੱਲ ਜਾਏ। ਕਈ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਜੀ ਕੋਲ ਚੱਲ ਕੇ ਆਉਂਦੀਆਂ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ, ਸੇਵਾ ਕਰਦੀਆਂ, ਗੁਰੂ ਸਾਹਿਬ ਜੀ ਦੇ ਕੋਲੋਂ ਉਪਦੇਸ਼ ਲੈ ਕੇ ਪ੍ਰਦੇਸ਼ ਵਿਦੇਸ਼ਾਂ ਵਿੱਚ ਸੰਗਤਾਂ ਚੱਲੀਆਂ ਜਾਂਦੀਆਂ ਆਪਣਾ ਮਨੋਰਥ ਪੂਰਾ ਕਰਨ ਵਾਸਤੇ। ਹਿਰਦੇ ਧਿਆਨ ਗੁਰ ਰੂਪ ਬਸਾਵੇ। ਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਸਿੱਖ ਸੰਗਤਾਂ ਹਿਰਦੇ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਵਰੂਪ ਦਾ ਧਿਆਨ ਧਰਦੀਆਂ। ਚੌਂਕੜਾ ਮਾਰ ਕੇ ਨੇਤਰ ਮੁੰਦ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁੰਦਰ ਸਵਰੂਪ ਦਾ ਧਿਆਨ ਧਰਦੀਆਂ ਗੁਰੂ ਰੂਪ ਨੂੰ ਹਿਰਦੇ ਵਿੱਚ ਵਸਾਉਂਦੀਆਂ ਹਨ। ਨਿਸ਼ਚਲ ਮਤ ਕਰ ਨਹੀਂ ਡੁਲਾਏ। ਆਪਣਾ ਜਿਹੜਾ ਮਨ ਹੈ ਉਹਨੂੰ ਸਥਿਰ ਰੱਖਦੀਆਂ, ਡੋਲਣ ਨਹੀਂ ਦਿੰਦੀਆਂ। ਮਨ ਜਿਹੜਾ ਹੈ ਉਹ ਪਾਰੇ ਦੀ ਨਿਆਈ ਡੋਲਦਾ ਨਹੀਂ। ਗੁਰੂ ਚਰਨਾਂ ਦਾ ਧਿਆਨ ਧਰਿਆ, ਗੁਰੂ ਦੀ ਮੂਰਤ ਹਿਰਦੇ 'ਚ ਵਸਾਈ ਹੈ। ਗੁਰੂ ਦੀ ਮੂਰਤ ਹਿਰਦੇ 'ਚ ਵਸਾ ਕੇ ਬੰਦਗੀ ਸਿਮਰਨ ਕਰਦੇ ਸਤਨਾਮ ਦਾ ਤੇ ਨਾਲ ਜਿਹੜਾ ਮਨ ਉਹਨੂੰ ਸਥਿਰ ਰੱਖਦੀਆਂ ਨੇ ਸੰਗਤਾਂ, ਜਿਹੜਾ ਉਹ ਮਨ ਨੂੰ ਡੋਲਣ ਨਹੀਂ ਦਿੰਦੀਆਂ। ਮਿਲੇ ਤਿਨੋਂ ਉਪਦੇਸ਼ਿਤ ਸਿੱਖੀ। ਤੇ ਜਿਸ ਦੇ ਨਾਲ ਜਿਹੜੇ ਵੀ ਗੁਰੂ ਕੇ ਸਿੱਖ ਆ ਕੇ ਗੁਰੂ ਸਾਹਿਬ ਜੀ ਨੂੰ ਮਿਲਦੇ ਆਏ ਹੋਏ ਗੁਰਸਿੱਖਾਂ ਨੂੰ ਸਿੱਖੀ ਦੀ ਦਾਤ। ਅਸਤੇ ਤਿੱਖੀ ਜੋ ਅਧਿਕਾਏ। ਐਸੀ ਸਿੱਖੀ ਜਿਹੜੀ ਤਲਵਾਰ ਤੋਂ ਵੀ ਤਿੱਖੀ ਹੈ, ਜਿਹੜੀ ਤਲਵਾਰ ਦੀ ਧਾਰ ਤੋਂ ਵੀ ਤਿੱਖੀ ਹੈ ਸਿੱਖੀ। ਉਹ ਸਿੱਖੀ ਦੀ ਦਾਤ ਬਖਸ਼ਦੇ ਨੇ ਗੁਰਸਿੱਖਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਗੁਰ ਪਾਣੇ ਕੋ ਮਾਨੇ ਸੁਖ ਸੋ। ਤੇ ਗੁਰੂ ਕਾ ਭਾਣਾ ਸਤ ਕਰਕੇ ਮੰਨਦੀਆਂ ਸੰਗਤਾਂ।
ਗੁਰੂ ਕੇ ਭਾਣੇ ਦੇ ਵਿੱਚ ਸੁਖ ਪ੍ਰਾਪਤ ਕਰਦੀਆਂ ਹਨ। ਇਕ ਸਮ ਬ੍ਰਿਤੀ ਨਾ ਸ਼ੋਕੇ ਉਪਾਏ। ਜਿਹੜੇ ਬਿਰਤੀਆਂ ਨੂੰ ਇੱਕ ਸਮਾਨ ਰੱਖਦੀਆਂ ਨੇ, ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਸੁੱਖ ਦਾ ਜਿਹੜਾ ਸ਼ੋਕ ਉਹ ਨਹੀਂ ਉਪਜਦਾ, ਮਨ ਅੰਦਰ ਕੋਈ ਐਸਾ ਜਿਹੜਾ ਸ਼ੋਕ ਨਹੀਂ ਪੈਦਾ ਹੋਣ ਦਿੰਦੇ। ਆਪਣੀ ਬਿਰਤੀ ਨੂੰ ਇੱਕ ਸਮਾਨ ਰੱਖਦੀਆਂ ਗੁਰੂ ਕੀਆਂ ਸਿੱਖ ਸੰਗਤਾਂ, ਗੁਰੂ ਕੇ ਸਿੱਖ। ਜੈ ਕੈ ਗੁਰ ਕੀ ਬਾਣੀ ਬਿਤਰੀ। ਜਿੱਥੇ ਕਿੱਥੇ ਗੁਰੂ ਕੀ ਬਾਣੀ ਦਾ ਵਿਸਥਾਰ ਹੋਇਆ, ਜਿੱਥੇ ਕਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਰਹਿ ਕੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ। ਸੁਥਰੀ ਕਰੇ ਕੰਠ ਹਰ ਖਾਏ। ਇਹ ਨਿਰਮਲ ਜਿਹੜੀ ਬਾਣੀ ਹੈ, ਨਿਰਮਲ ਬਾਣੀ ਨੂੰ ਉੱਚੀ ਉੱਚੀ ਪੜ੍ਹ ਕੇ, ਗਾ ਕੇ ਪੜ੍ਹ ਕੇ ਉਹ ਬਾਣੀ ਕੰਠ ਕਰਦੇ। ਅੱਜ ਇਹ ਸਾਡੇ ਵਿੱਚੋਂ ਬਹੁਤ ਵੱਡੀ ਕਮੀ ਆ ਰਹੀ ਹੈ ਕਿ ਬਾਣੀ ਜਿਹੜੀ ਆ ਉਸੇ ਕੰਠ ਕਰਨ ਦਾ ਯਤਨ ਨਹੀਂ ਕਰਦੇ। ਗੁਰੂ ਕੇ ਸਿੱਖ ਗੁਰਬਾਣੀ ਪੜ੍ਹਨੀ, ਨਿਤਨੇਮ ਕਰਨਾ, ਕੋਈ ਵੀ ਬਾਣੀ ਪੜ੍ਹਨੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ, ਬਾਣੀ ਪੜ੍ਹਦਿਆਂ ਉਹਨੂੰ ਉੱਚੀ ਗਾ ਕੇ ਪੜ੍ਹਨਾ। ਤੇ ਪੜ੍ਹਦਿਆਂ ਅਸੀਂ ਉਹ ਜਿਹੜੀ ਨਿਰਮਲ ਬਾਣੀ ਜਿਹਦਾ ਬਹੁਤ ਵਿਸਥਾਰ ਹੋਇਆ, ਜਿੰਨੀਆਂ ਸੰਗਤਾਂ ਜਿਹੜੇ ਇਲਾਕੇ ਵਿੱਚੋਂ ਦੇਸ਼ ਵਿਦੇਸ਼ ਤੋਂ ਚੱਲ ਕੇ ਆਉਂਦੀਆਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਾਣੀ ਜਿਹੜੀ ਆ ਉਹਦਾ ਵਿਸਥਾਰ ਹੋਇਆ, ਬਾਣੀ ਪੜ੍ਹੀ ਜਾਣ ਲੱਗੇ ਤੇ ਉਹ ਨਿਰਮਲ ਬਾਣੀ ਨੂੰ ਜ਼ੁਬਾਨੀ ਯਾਦ ਕਰਨ ਲੱਗੀਆਂ ਸਿੱਖ ਸੰਗਤਾਂ। ਪਾਤਕ ਦਾਦਰ ਗਨ ਕੋ ਐਨੀ। ਇਹ ਜਿਹੜੀ ਪਵਿੱਤਰ ਬਾਣੀ ਹੈ, ਗੁਰੂ ਸਾਹਿਬ ਦੇ ਉਚਾਰਨ ਕੀਤੀ ਹੋਏ, ਇਹ ਸਾਰੇ ਪਾਪ ਰੂਪ ਡੱਡੂਆਂ ਨੂੰ ਖਤਮ ਕਰਨ ਵਾਸਤੇ ਸਪਨੇ ਦੇ ਸਮਾਨ ਹੈ। ਇਹ ਜਿਹੜੀ ਗੁਰੂ ਕੀ ਬਾਣੀ ਹੈ, ਇਹ ਮਾਨੋ ਜਿਹੜੇ ਪਾਪਾਂ ਦੇ ਸਮਾਨ ਜਿਹੜੇ ਡੱਡੂ ਨੇ, ਉਹਨਾਂ ਨੂੰ ਖਤਮ ਕਰਨ ਦੇ ਲਈ ਸਪਨੇ ਦੇ ਸਮਾਨ ਹੈ। ਦੈਨੀ ਬਿਗਨ ਵਿਪਨ ਸਮੁਦਾਏ। ਤੇ ਸਾਰੇ ਬਿਗਨਾਂ ਦਾ ਜਿਹੜਾ ਬਾਣ ਹੈ, ਜੰਗਲ ਹੈ, ਉਹਨੂੰ ਸਾੜਨ ਵਾਲੀ ਭਾਵ ਅੱਗ ਹੈ ਬਾਣੀ। ਮ੍ਰਿਗਨ ਵਿਕਾਰ ਬ੍ਰਿੰਦ ਕੋ ਸ਼ੇਰਨ। ਸਮੂਹ ਵਿਕਾਰ ਰੂਪੀ ਹਰਣਾ ਨੂੰ ਜਿਹੜਾ ਹੈ ਉਹ ਸ਼ੇਰਨੀ ਵਤ ਨਾਸ਼ਕ ਕਰਨ ਵਾਲੀ ਹੈ। ਇਹ ਬਾਣੀ ਜੋ ਪਵਿੱਤਰ ਬਾਣੀ ਹੈ ਗੁਰੂ ਸਾਹਿਬ ਦੀ, ਇਹ ਮਾਨੋ ਸਮੂਹ ਪਾਪਾ ਰੂਪੀ ਜਿਹੜੇ ਹਰਨ ਨੇ, ਉਹਨਾਂ ਪਾਪਾਂ ਰੂਪੀ ਹਰਨਾਂ ਦਾ ਨਾਸ਼ ਕਰਨ ਵਾਲੀ ਸ਼ੇਰਣੀ ਦੇ ਸਮਾਨ ਹੈ। ਪ੍ਰੇਰਨ ਮਨ ਕੀ ਪ੍ਰਭ ਦਿਸਤਾਏ। ਇਹ ਦੌੜਦੇ ਮਨ ਨੂੰ, ਜਿਹੜਾ ਮਨ ਦਸੇ ਦਿਸ਼ਾਵਾਂ ਵਿੱਚ ਦੌੜਿਆ ਫਿਰਦਾ, ਭਟਕਦਾ, ਟਿਕਦਾ ਨਹੀਂ, ਉਹ ਦੌੜਦੇ ਹੋਏ ਮਨ ਨੂੰ ਟਿਕਾ ਕੇ ਪ੍ਰਭੂ ਦੇ ਨਾਲ ਜੋੜਨ ਵਾਲੀ, ਪ੍ਰਭੂ ਨਾਲ ਜੁੜਨ ਵਾਸਤੇ ਪ੍ਰੇਰਣਾ ਦੇਣ ਵਾਲੀ ਇਹ ਬਾਣੀ ਹੈ। ਬ੍ਰਹਮ ਗਿਆਨ ਕੀ ਸੁਗਮ ਸੁਜਨਨੀ। ਤੇ ਜਿਹੜਾ ਬ੍ਰਹਮ ਗਿਆਨ ਸੁਖੈ ਨੇ, ਬ੍ਰਹਮ ਗਿਆਨ ਉਪਜਾਵਣ ਵਾਲੀ ਇਹ ਬਾਣੀ ਹੈ, ਜਿਸ ਬਾਣੀ ਨੂੰ ਪੜਨ ਦੇ ਨਾਲ ਸਹਿਜੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਹਨਨੀ ਮੋਹ ਜਨਨ ਸੁਖ ਦਾਏ। ਇਸ ਪ੍ਰਕਾਰ ਦੇ ਨਾਲ ਦਾਸਾਂ ਦੇ ਜਿਹੜੇ ਦੁੱਖ ਹਨ, ਉਹਨਾਂ ਨੂੰ, ਮੋਹ ਨੂੰ ਹਾਨਣ ਵਾਲੀ ਹੈ, ਖਤਮ ਕਰਨ ਵਾਲੀ ਹੈ ਬਾਣੀ। ਜਿੱਥੇ ਬ੍ਰਹਮ ਗਿਆਨ ਨੂੰ, ਜਿਹੜਾ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਨ ਵਾਲੀ ਹੈ, ਜਿਹਨੂੰ ਪੜ੍ਹ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉੱਥੇ ਆਪਣੇ ਦਾਸ ਸੇਵਕਾਂ ਦਾ ਜਿਹੜਾ ਮੋਹ ਹੈ, ਉਹ ਮੋਹ ਨੂੰ ਖਤਮ ਕਰਕੇ ਜਨ ਨੂੰ ਸੁਖ ਦਾਏ। ਜਿਹੜੇ ਸੇਵਕ ਨੇ, ਸਿੱਖ ਨੇ, ਉਹਨਾਂ ਨੂੰ ਸੁਖ ਦੇਣ ਵਾਲੀ ਹੈ ਬਾਣੀ। ਸਤਿ ਸ੍ਰੀ ਅਕਾਲ। ਪਾਠਕ ਪੁੰਜ ਮਨੋਰਥ ਪੁਰਨੀ। ਜਿਹੜੇ ਨੂੰ ਬਾਣੀ ਨੂੰ ਪੜਨ ਵਾਲੇ ਨੇ, ਉਹ ਬਾਣੀ ਪੜਨ ਵਾਲਿਆਂ ਦੀਆਂ ਜਿਹੜੀਆਂ ਜੋ ਵੀ ਮਨ ਦੇ ਮਨੋਰਥ ਨੇ, ਉਹ ਮਨੋਰਥਾਂ ਨੂੰ ਪੂਰਨ ਕਰਨ ਵਾਲੀ ਬਾਣੀ ਹੈ। ਕਿੰਨੀ ਮਹਿਮਾ ਬਾਣੀ ਦੀ ਕਵੀ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ। ਅੱਜ ਕਿਤੇ ਨਾ ਕਿਤੇ ਸ਼ਬਦ ਨੂੰ, ਗੁਰਬਾਣੀ ਨੂੰ ਛੱਡ ਕਰਕੇ ਮਨੁੱਖ ਦੌੜਿਆ ਫਿਰਦਾ, ਭਟਕਦਾ, ਸੁਖ ਦੀ ਭਾਲ ਵਾਸਤੇ, ਸੁਖ ਦੇ ਭਾਲ ਵਾਸਤੇ ਇੱਧਰ ਉੱਧਰ ਦੌੜਦਾ। ਤੇ ਪਾਤਸ਼ਾਹ ਕਹਿੰਦੇ ਇਹ ਬਾਣੀ ਤਾਂ ਸਾਰੀ ਸੁਖ ਦੇਣ ਵਾਲੀ ਹੈ, ਸਾਰੇ ਪਾਪਾਂ ਨੂੰ ਹਰ ਲੈਣ ਵਾਲੀ ਹੈ। ਜਿਹੜੇ ਵੀ ਇਹਨੂੰ ਪਾਠਕ, ਜਿਹੜੇ ਬਾਣੀ ਪੜਨ ਵਾਲੇ ਨੇ, ਉਹਨਾਂ ਦੇ ਮਨੋਰਥਾਂ ਨੂੰ ਪੂਰੀ ਕਰਨ ਵਾਲੀ ਇਹ ਬਾਣੀ ਹੈ। ਪੁਰਨੀ ਅਨੁਭਵ ਕੀ ਉਰਮਾਏ। ਤੇ ਜਿਹੜਾ ਅਨੁਭਵ ਹੈ, ਉਹ ਅਨੁਭਵ ਨੂੰ ਫਰਾਉਣ ਵਾਲੀ, ਉਹ ਅਨੁਭਵ ਨੂੰ ਹਿਰਦੇ ਵਿੱਚ ਪ੍ਰਗਟ ਕਰਨ ਵਾਲੀ ਇਹ ਬਾਣੀ ਹੈ। ਕੂਰ ਵਿਸ਼ਿਆਂ ਕੀ ਆਏ ਬਿਰਾਗਨ। ਝੂਠੇ ਵਿਸ਼ਿਆਂ ਤੋਂ ਵੈਰਾਗ ਦੇਣ ਵਾਲੀ। ਜਿਹੜਾ ਮਨੁੱਖ ਝੂਠੇ ਵਿਸ਼ੇ ਵਿਕਾਰਾਂ ਵਿੱਚ ਫਸਿਆ ਫਿਰਦਾ ਹੈ, ਜਿਹੜਾ ਬਾਣੀ ਪੜ੍ਹਦਾ ਹੈ, ਇਹ ਬਾਣੀ ਉਹਨਾਂ ਝੂਠੇ ਵਿਸ਼ੇ ਵਿਕਾਰਾਂ ਦੇ ਵਿੱਚੋਂ ਜਿਹੜਾ ਵੈਰਾਗ ਦੇਣ ਵਾਲੀ ਹੈ। ਝੂਠੇ ਵਿਸ਼ੇ ਵਿਕਾਰਾਂ ਚੋਂ ਕੱਢ ਕੇ ਹਿਰਦੇ ਦੇ ਵਿੱਚ ਵੈਰਾਗ ਕਰਦੀ ਹੈ, ਪੈਦਾ ਕਰਦੀ ਹੈ ਇਹ ਬਾਣੀ। ਰਾਗਨ ਸਤਨਾਮ ਕੀ ਆਹੇ। ਤੇ ਸਤਨਾਮ ਸ਼੍ਰੀ ਵਾਹਿਗੁਰੂ, ਉਹ ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ, ਉਹ ਸੱਚੇ ਨਾਮ ਦੇ ਨਾਲ
ਪ੍ਰੇਮ ਪਾਉਣ ਵਾਲੀ ਹੈ ਇਹ ਬਾਣੀ। ਪ੍ਰੇਮਾ ਭਗਤ ਉਪਾਵਨ ਹਾਰੀ। ਤੇ ਇਹ ਪ੍ਰੇਮਾ ਭਗਤੀ ਪੈਦਾ ਕਰਦੀ ਹੈ। ਇਹ ਜਿਹੜੀ ਬਾਣੀ ਹੈ ਇਹ ਹਿਰਦੇ ਦੇ ਅੰਦਰ ਪ੍ਰੇਮਾ ਭਗਤੀ ਨੂੰ ਪੈਦਾ ਕਰਦੀ ਹੈ। ਹਾਰੀ ਨਿੰਦਕ ਬ੍ਰਿੰਦਨ ਦਾਹੇ। ਤੇ ਨਿੰਦਕਾਂ ਨੂੰ ਸਾੜਨ ਵਾਲੀ ਮਾਨੋ ਅੱਗ ਦੇ ਸਮਾਨ ਹੈ। ਜਿਹੜੇ ਬਾਣੀ ਪੜਨ ਵਾਲੇ ਨੇ ਪ੍ਰੇਮੀ, ਉਹਨਾਂ ਦੇ ਹਿਰਦਿਆਂ ਵਿੱਚ ਪ੍ਰੇਮ ਪੈਦਾ ਕਰਦੀ ਹੈ। ਸਤਨਾਮ ਨਾਲ ਪ੍ਰੇਮ ਵਧਾਉਂਦੀ ਹੈ। ਤੇ ਜਿਹੜੇ ਨਿੰਦਕ ਨੇ ਉਹਨਾਂ ਨਿੰਦਕਾਂ ਨੂੰ ਸਾੜਨ ਦੇ ਸਮਾਨ ਇਹ ਅੱਗ ਹੈ ਇਹ ਬਾਣੀ। ਪਟ ਗੁਰ ਸਿੱਖ ਕਿਰਤਾਰਥ ਹੋਵਤ। ਜਿਹੜੇ ਗੁਰੂ ਕੇ ਸਿੱਖ ਬਾਣੀ ਨੂੰ ਪੜ੍ਹਦੇ ਨੇ ਉਹ ਕਿਰਤਾਰਥ ਹੋ ਜਾਂਦੇ ਨੇ, ਉਹ ਆਪਣਾ ਮਨੋਰਥ ਪੂਰਾ ਕਰ ਲੈਂਦੇ ਹਨ। ਜੋਵਤ ਆਪਨ ਰੂਪ ਸੁਖ ਪਾਏ। ਉਹ ਆਪਣੇ ਰੂਪ ਨੂੰ ਜਾਣ ਲੈਂਦੇ ਨੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਆਪਣੇ ਸਰੂਪ ਨੂੰ ਜਨਾਉਣ ਵਾਲੀ ਹੈ, ਆਪਣੇ ਸਰੂਪ ਨੂੰ ਪ੍ਰਗਟ ਕਰਨ ਵਾਲੀ ਹੈ। ਇਸ ਸਰੂਪ ਨੂੰ ਜਾਣ ਕਰਕੇ ਫਿਰ ਗੁਰੂ ਕੇ ਸਿੱਖ ਪ੍ਰਾਪਤ ਕਰਦੇ ਜਿਹੜੇ ਬਾਣੀ ਪੜ੍ਹਦੇ ਹਨ। ਜਿਸ ਇਤ ਜਗ ਅਵਤਰੇ ਪ੍ਰਭੂ ਜੀ। ਜਿਸ ਪ੍ਰਕਾਰ ਜਿਸ ਕਾਰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਆਗਮਨ ਹੋਇਆ ਸੰਸਾਰ ਦੇ ਵਿੱਚ ਆਉਣਾ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਸਭ ਜੀਵਨ ਕੀਚੇ ਕਲਿਆਣ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਰੇ ਸੰਸਾਰ ਦੇ ਜੀਵਾਂ ਦੀ ਕਲਿਆਣ ਕਰਨਾ ਚਾਹੁੰਦੇ ਨੇ। ਐਸੇ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜਾ ਸਾਰਿਆਂ ਤੋਂ ਪਰਉਪਕਾਰ ਕਰਨਾ ਚਾਹੁੰਦੇ ਨੇ, ਸਾਰਿਆਂ ਨੂੰ ਮੁਕਤੀ ਦੇਣਾ ਚਾਹੁੰਦੇ ਨੇ, ਸਾਰਿਆਂ ਦੀ ਕਲਿਆਣ ਕਰਨ ਵਾਸਤੇ ਸੰਸਾਰ ਦੇ ਵਿੱਚ ਆਏ ਹਨ। ਹੋਤ ਨਿਤਾ ਪ੍ਰਤ ਕਾਰਜ ਐਸੇ। ਨਿਤਾ ਪ੍ਰਤ ਐਸੇ ਕਾਰਜ ਗੁਰੂ ਘਰ ਦੇ ਵਿੱਚ ਹੁੰਦੇ ਹਨ। ਜੈਸੇ ਵਦੇ ਭਗਤ ਅਰ ਗਿਆਨ। ਜਿਨ੍ਹਾਂ ਕਾਰਜਾਂ ਦੇ ਨਾਲ ਭਗਤੀ ਦਾ ਵਿਸਥਾਰ ਹੁੰਦਾ ਹੈ, ਗਿਆਨ ਵਿੱਚ ਵਾਧਾ ਹੁੰਦਾ ਹੈ। ਪੁਰਬਨ ਵਿਖੇ ਆਏ ਗਨ ਸੰਗਤ। ਜਦੋਂ ਕੋਈ ਗੁਰਪੁਰਬ ਮਹਾਨ ਜਿਹੜੇ ਕੋਈ ਤਿਉਹਾਰ ਨੇ ਗੁਰੂ ਘਰ ਦੇ ਵਿੱਚ ਮਨਾਏ ਜਾਣ ਵਾਲੇ ਗੁਰਪੁਰਬ ਦਿਹਾੜੇ ਹਨ, ਇਹਨਾਂ ਦਿਹਾੜਿਆਂ ਤੇ ਵੱਡੇ ਗਿਣਤੀ ਵਿੱਚ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ। ਮੰਗਤ ਸਤ ਨਾਮ ਦੇ ਦਾਨ। ਤੇ ਆ ਕੇ ਸਿੱਖ ਸੰਗਤਾਂ ਕੀ ਮੰਗਦੀਆਂ ਨੇ? ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਇੱਕ ਨਾਨਕ ਕੀ ਅਰਦਾਸ। ਜੇ ਤੁਧ ਭਾਵਸੀ ਮੈਂ ਦੀਜਾ ਨਾਮ ਨਿਵਾਸ। ਹਰ ਗੁਣ ਗਾਵਸੀ ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ। ਇਹ ਚਾਹ ਲੈ ਕੇ ਹਿਰਦਿਆਂ ਵਿੱਚ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਸਤਨਾਮ ਦਾ ਉਪਦੇਸ਼ ਮੰਗਦੀਆਂ ਸਿੱਖ ਸੰਗਤਾਂ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਸਤਨਾਮ ਦਾ ਉਪਦੇਸ਼ ਬਖਸ਼ ਦੇ। ਆਏ ਉਪਾਇਨ ਅਰਪੇ ਪਗ ਪਰ। ਬਹੁਤ ਸਾਰੀਆਂ ਭੇਟਾਵਾਂ ਲੈ ਕੇ ਸਿੱਖ ਸੰਗਤਾਂ ਪਹੁੰਚਦੀਆਂ ਗੁਰੂ ਚਰਨਾਂ ਦੇ ਵਿੱਚ ਅਰਪਣ ਕਰਦੀਆਂ ਹਨ। ਪਰੇ ਸ਼ਰਨ ਕਰ ਸੰਕਟ ਹਾਨ। ਤੇ ਜਦੋਂ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਉਂਦੀਆਂ, ਚੱਲ ਕੇ ਸ਼ਰਨ ਵਿੱਚ ਆਉਂਦੀਆਂ, ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ, ਤੇ ਜਿੰਨੇ ਵੀ ਸੰਕਟ ਨੇ ਪਾਪ ਨੇ ਉਹ ਸਾਰੇ ਦੂਰ ਕਰ ਲੈਂਦੀਆਂ। ਉਹ ਸਾਰੇ ਸੰਕਟ ਗੁਰੂ ਸਾਹਿਬ ਜੀ ਕਿਰਪਾ ਕਰਕੇ ਦੂਰ ਕਰ ਦਿੰਦੇ, ਨਿਰਵਿਰਤ ਕਰ ਦਿੰਦੇ ਹਨ। ਸੋ ਐਸੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬੇਅੰਤ ਬਖਸ਼ਿਸ਼ਾਂ ਦੇ ਨਾਲ ਸੰਗਤਾਂ ਨੂੰ ਨਿਵਾਸ ਦੇ ਸਤਨਾਮ ਦਾ ਉਪਦੇਸ਼ ਬਖਸ਼ਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੋਭਾ ਪਾ ਰਹੇ ਹਨ। ਕਿਵੇਂ ਚੱਲ ਕੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਚੱਲ ਕੇ ਆਉਂਦੇ, ਇਸ਼ਨਾਨ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਗੋਇੰਦਵਾਲ ਸਾਹਿਬ ਜਾਣ ਦਾ ਵਿਚਾਰ ਕਰਦੇ ਹਨ। ਇਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਸੁਜਸ ਵਰਣਨ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ ਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਅੱਗੇ ਲਈ ਸੁਮਤ ਪ੍ਰਦਾਨ ਕਰਨ।